ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਸਭੇ ਸੁਖ ਪਏ ਪ੍ਰਭ ਤੁਠੇ, ਗੁਰ ਪੂਰੇ ਕੇ ਚਰਨ ਮਨ ਵਠੇ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਵੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਪਾਵਨ ਸ਼ਬਦ ਮਾਝ ਰਾਗ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 106 ਦੇ ਉੱਪਰ ਸੁਭਾਏਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਦੋਂ ਪੂਰੇ ਗੁਰੂ ਦੇ ਚਰਨ ਮਨ ਵਿੱਚ ਵਸ ਜਾਣ ਤਾਂ ਉਦੋਂ ਪਰਮੇਸ਼ਵਰ ਵਾਹਿਗੁਰੂ ਜੀ ਤਰੁੱਠਦੇ ਨੇ, ਤੇ ਜਦੋਂ ਵਾਹਿਗੁਰੂ ਜੀ ਤਰੁੱਠਦੇ ਨੇ ਭਾਵ ਪ੍ਰਸੰਨ ਹੁੰਦੇ ਹਨ, ਤਾਂ ਜਿੰਨੇ ਵੀ ਸੁੱਖ ਨੇ ਅਧਿਆਤਮਕ ਤਲ ਦੇ, ਉਹ ਸਾਰੇ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਅਧਿਆਤਮਕ ਤਲ ਇਸ ਲਈ ਆਖਿਆ ਕਿਉਂਕਿ ਸਰੀਰਕ ਸੁੱਖ ਤਾਂ ਅਸੀਂ ਬਹੁਤ ਇਕੱਠੇ ਕਰ ਲਏ। ਸਰੀਰਕ ਸੁੱਖ ਵਾਸਤੇ ਸਾਡੇ ਕੋਲ ਬਹੁਤ ਸੁਵਿਧਾਵਾਂ ਨੇ ਜੋ ਸਾਨੂੰ ਸਰੀਰਕ ਤਲ 'ਤੇ ਸੁੱਖ ਆਰਾਮ ਦੇ ਸਕਦੀਆਂ ਨੇ, ਪਰ ਸਾਡੇ ਕੋਲ ਐਸੀ ਕੋਈ ਸੁਵਿਧਾ ਨਹੀਂ ਜਿਹਦੇ ਨਾਲ ਅਸੀਂ ਅਧਿਆਤਮਕ ਤਲ ਆਤਮਕ ਤਲ 'ਤੇ ਸੁੱਖ ਪਾ ਸਕੀਏ। ਬਹੁਤਿਆਂ ਕੋਲ ਇਹ ਵੀ ਸੁਣਿਆ ਹੈ ਕਿ ਜਦੋਂ ਦੇ ਦੁਨੀਆ ਦੇ ਸੁੱਖ ਸਾਡੇ ਕੋਲ ਆਏ, ਮਾਇਆਵੀ ਪਦਾਰਥਾਂ ਦੇ, ਬਾਹਰ ਦੇ ਸੁੱਖ ਤਾਂ ਅਸੀਂ ਲੈ ਲਏ ਪਰ ਅੰਦਰ ਅਸੀਂ ਦੁਖੀ ਹਾਂ। ਬਾਹਰ ਦੇ ਸੁੱਖ ਜਿਹੜੇ ਨੇ ਇਹਨਾਂ ਨੇ ਸਾਨੂੰ ਮਨ ਸੁੱਖ ਨਹੀਂ ਦਿੱਤਾ, ਅਧਿਆਤਮਕ ਸੁੱਖ ਨਹੀਂ ਦਿੱਤਾ। ਅੰਦਰ ਦਾ ਦੁੱਖ ਤੇ ਉਦਾਂ ਹੀ ਬਣਿਆ ਹੋਇਆ ਹੈ ਪਰਮੇਸ਼ਵਰ ਤੋਂ ਵਿਛੜਨ ਦਾ। ਅਸੀਂ ਸਾਰੇ ਸੁੱਖ ਮਾਇਆਵੀ ਪਦਾਰਥਾਂ ਦੇ ਬਾਹਰੋਂ ਪਾ ਲਏ, ਜੋ ਸੁਵਿਧਾ ਸਾਨੂੰ ਚਾਹੀਦੀ ਸੀ ਮਿਲ ਗਈ, ਪਰ ਜਿਹੜਾ ਸੁੱਖ ਸਾਨੂੰ ਅਧਿਆਤਮਕ ਤਲ 'ਤੇ ਚਾਹੀਦਾ ਸੀ ਉਹ ਤੇ ਅਜੇ ਵੀ ਨਹੀਂ ਮਿਲਿਆ। ਉਹਦੀ ਅਰਦਾਸ ਤਾਂ ਹਜੇ ਵੀ ਅਸੀਂ ਕਰ ਰਹੇ ਹਾਂ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਾਉ ਸ਼ਰਨਾਏ ਜਿਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ, ਸਭੋ ਦੁੱਖ ਗਵਾਏ ਜਿਉ। ਬਾਹਰੋਂ ਸੁਖੀ ਬੰਦਾ ਵੀ ਇਹ ਕਹਿ ਰਿਹਾ ਹੈ, ਬਾਹਰ ਦੇ ਸੁੱਖ ਭੋਗਣ ਵਾਲਾ ਵੀ ਕਹਿ ਰਿਹਾ ਹੈ ਕਿ ਮੇਰਾ ਸਭੋ ਦੁੱਖ ਗਵਾਏ ਜਿਉ।
ਬਾਹਰ ਦੇ ਮਾਇਆਵੀ ਪਦਾਰਥ ਦੇ ਸੁੱਖ ਭੋਗਣ ਵਾਲਾ ਵੀ ਕਹਿੰਦਾ ਮੈਂ ਬਹੁਤ ਦੁਖੀ ਹਾਂ। ਜਿਹੜਾ ਸੁੱਖ ਸਾਨੂੰ ਅਧਿਆਤਮਕ ਮੰਡਲ ਵਿੱਚ ਚਾਹੀਦਾ ਹੈ, ਉਹ ਸੁੱਖ ਗੁਰੂ ਚਰਨਾਂ ਦੇ ਵਿੱਚ ਮਿਲਣਾ ਹੈ, ਮਾਇਆਵੀ ਪਦਾਰਥਾਂ ਵਿੱਚ ਨਹੀਂ। ਜੇ ਮਾਇਆਵੀ ਪਦਾਰਥਾਂ ਵਿੱਚੋਂ ਦੀ ਸਾਨੂੰ ਅੰਦਰ ਦਾ ਸੁੱਖ, ਅਧਿਆਤਮਕ ਤਲ ਤੇ ਸੁੱਖ ਮਿਲਦਾ ਹੋਵੇ, ਫਿਰ ਸਾਨੂੰ ਇਹ ਧਰਮ ਦੀ ਦੁਨੀਆ ਵਿੱਚ ਆਉਣ ਦੀ ਲੋੜ ਨਹੀਂ, ਫਿਰ ਸਾਨੂੰ ਧਰਮੀ ਬਣਨ ਦੀ ਲੋੜ ਨਹੀਂ ਹੈ। ਨਿਤਨੇਮ ਕਰੋ, ਸਿਮਰਨ ਕਰੋ, ਸੰਗਤ ਕਰੋ, ਸੇਵਾ ਕਰੋ, ਗੁਰੂ ਵਾਲੇ ਬਣੋ, ਇਹਦੀ ਫਿਰ ਲੋੜ ਨਹੀਂ ਪਏਗੀ ਜੇ ਮਾਇਆਵੀ ਪਦਾਰਥਾਂ ਚੋਂ ਸਾਨੂੰ ਅਧਿਆਤਮਕ ਸੁੱਖ ਵੀ ਮਿਲਦਾ ਹੋਵੇ। ਇਸ ਲਈ ਮਾਇਆਵੀ ਪਦਾਰਥ ਅਸੀਂ ਜਿੰਨੇ ਭੋਗ ਰਹੇ ਹਾਂ, ਇਹਦੇ ਨਾਲੋਂ ਕਈ ਗੁਣਾ ਹੋਰ ਵੱਧ ਪਦਾਰਥ ਭੋਗ ਲਈਏ ਸੁੱਖ ਦੇ, ਪਰ ਸਾਡਾ ਅਧਿਆਤਮਕ ਮੰਡਲ ਦੁੱਖ ਨਾਲ ਹੀ ਭਰਿਆ ਰਹਿਣਾ। ਉਹਦੇ ਵਾਸਤੇ ਸਾਨੂੰ ਬੰਦਗੀ ਕਰਨ ਵਾਸਤੇ ਆਖਿਆ, ਗੁਰੂ ਚਰਨਾਂ ਵਿੱਚ ਜੁੜਨ ਵਾਸਤੇ ਆਖਿਆ, ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਨ ਵਾਸਤੇ ਆਖਿਆ, ਜਾਂ ਇਹ ਬਾਣੀ ਦਾ ਖਜ਼ਾਨਾ ਇਸੇ ਲਈ ਦਿੱਤਾ ਵੀ ਤੁਹਾਡਾ ਜਿਹੜਾ ਮਨ ਧਿਆਨ ਰੱਖਿਓ। ਅਸੀਂ ਸਰੀਰ ਕਰਕੇ ਹਜ਼ਾਰਾਂ ਬਿਮਾਰੀਆਂ ਨਾਲ ਘਿਰੇ ਹਾਂ, ਤੇ ਸਰੀਰ ਕਰਕੇ ਹਜ਼ਾਰਾਂ ਬਿਮਾਰੀਆਂ ਦਾ ਇਲਾਜ ਵੀ ਹੈ, ਉਹਦੀਆਂ ਬਕਾਇਦਾ ਦਵਾਈਆਂ ਵੀ ਨੇ। ਜੇ ਇੱਕ ਐਲੋਪੈਥਿਕ ਦਵਾਈ ਤੋਂ ਆਰਾਮ ਨਹੀਂ ਆਇਆ ਤੇ ਆਯੁਰਵੈਦਿਕ ਤੋਂ ਆ ਜਾਏਗਾ, ਜਿਹਨੂੰ ਆਯੁਰਵੈਦਿਕ ਤੋਂ ਨਹੀਂ ਆਇਆ ਉਹਨੂੰ ਐਲੋਪੈਥਿਕ ਤੋਂ ਆ ਜਾਏਗਾ। ਕਈਆਂ ਨੂੰ ਹੋਮੋਪੈਥਿਕ ਦੀ ਦਵਾਈ ਤੋਂ ਆਰਾਮ ਆ ਜਾਂਦਾ ਹੈ। ਪਤਾ ਹੀ ਨਹੀਂ ਕਿੰਨੀਆਂ ਦਵਾਈਆਂ ਨੇ, ਹਜ਼ਾਰਾਂ ਹੀ ਦਵਾਈਆਂ ਨੇ ਤੇ ਹਜ਼ਾਰਾਂ ਹੀ ਬਿਮਾਰੀਆਂ ਨੇ ਇਹ ਸਰੀਰ ਦੀਆਂ। ਪਰ ਜਿਹੜੀਆਂ ਸਾਡੇ ਮਾਨਸਿਕ ਰੋਗ ਨੇ, ਮਾਨਸਿਕ ਬਿਮਾਰੀਆਂ ਨੇ, ਉਹਦਾ ਇਲਾਜ ਬਾਹਰੋਂ ਨਹੀਂ ਹੋਣਾ। ਤੇ ਜਿਹੜਾ ਸਾਡਾ ਅਧਿਆਤਮਕ ਦੁੱਖ ਹੈ, ਧਿਆਨ ਲਾ ਕੇ ਸਮਝਿਓ, ਆਪ ਜੀ ਗੁਰਬਾਣੀ ਪੜ੍ਹਨ ਸੁਣਨ ਵਾਲਿਓ, ਅਧਿਆਤਮਕ ਤਲ ਦਾ ਦੁੱਖ ਹੈ ਤੇ ਮਾਨਸਿਕ ਤਲ ਦੀਆਂ ਬਿਮਾਰੀਆਂ ਨੇ। ਸਾਡੇ ਮਨ ਦੇ ਵਿੱਚ ਰੋਗ ਲੱਗਾ ਹੈ, ਜਾਂ ਮਨ ਦਾ ਮਤਲਬ ਦਿਮਾਗ, ਸਾਡੇ ਮਾਨਸਿਕ ਮੰਡਲ ਵਿੱਚ ਬਿਮਾਰੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਨੇ। ਕੋੜ ਵਰਗਾ ਰੋਗ ਵੀ ਸਾਡੇ ਮਨ ਨੂੰ ਲੱਗਾ ਹੋਇਆ ਹੈ। ਔਰ ਸਾਡਾ ਜਿਹੜਾ ਅਧਿਆਤਮਕ ਉਹ ਕਿੱਥੇ ਆ? ਆ ਹਿਰਦਾ, ਜਿੱਥੇ ਦਿਲ ਦੀ ਧੜਕਣ ਹੈ। ਇਹ ਸਾਡਾ ਹਿਰਦਾ ਵੀ ਦੁਖੀ ਹੈ ਤੇ ਅਸੀਂ ਮਨ ਕਰਕੇ ਵੀ ਪਰੇਸ਼ਾਨ ਹਾਂ। ਮਨ ਕਰਕੇ ਪਰੇਸ਼ਾਨ ਇਸ ਲਈ ਆ ਕਿਉਂਕਿ ਭਿਆਨਕ ਰੋਗ, ਜਿਹੜੀਆਂ ਬਿਮਾਰੀਆਂ ਨੇ, ਇਹਨਾਂ ਘੇਰਿਆ ਹੋਇਆ ਹੈ। ਹਿਰਦਾ ਇਸ ਲਈ ਦੁਖੀ ਹੈ ਕਿਉਂਕਿ ਪਰਮੇਸ਼ਵਰ ਤੋਂ ਵਿਛੜੇ ਹੋਏ ਆ। ਮਹਾਰਾਜ ਕਹਿੰਦੇ ਤੇਰੇ ਰੋਗ ਔਰ ਤੇਰੇ ਦੁੱਖ ਨੂੰ ਖਤਮ ਕਰਨ ਵਾਸਤੇ ਹੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਦੋਵੇਂ ਗੱਲਾਂ ਮਹਾਰਾਜ ਨੇ ਕੀਤੀਆਂ, ਦੁੱਖ ਵੀ ਤੇ ਰੋਗ ਵੀ। ਦੁੱਖ ਹਿਰਦੇ ਵਿੱਚ ਹੈ, ਰੋਗ ਮਨ ਵਿੱਚ ਹੈ। ਦਿਮਾਗ ਵਿੱਚ ਪਰੇਸ਼ਾਨੀਆਂ ਨੇ, ਬੰਦਾ ਪਰੇਸ਼ਾਨ ਹੋਇਆ ਪਿਆ, ਕਮਲਾ ਹੋਇਆ ਪਿਆ, ਕਿਉਂਕਿ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਇਸ ਮਾਨਸਿਕ ਮੰਡਲ ਨੂੰ। ਹਰ ਵੇਲੇ ਪਰੇਸ਼ਾਨੀਆਂ ਘੇਰ ਕੇ ਰੱਖਦੀਆਂ। ਚੰਗਾ ਭਲਾ ਇਨਸਾਨ ਮਾਇਆਵੀ ਪਦਾਰਥਾਂ ਵਿੱਚ ਖੇਡਣ ਵਾਲਾ, ਮਾਇਆਵੀ ਪਦਾਰਥਾਂ ਦੇ ਸੁੱਖ ਭੋਗਣ ਵਾਲਾ ਬੰਦਾ ਵੀ ਡਿਪਰੈਸ਼ਨ 'ਚ ਜੀ ਰਿਹਾ ਹੈ, ਕਿਉਂਕਿ ਅੰਦਰ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਨਾ ਹੋ ਪਾ ਰਿਹਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਇਹ ਬਿਮਾਰੀਆਂ ਨੇ ਭਿਆਨਕ, ਜਿਸ ਕਰਕੇ ਅਸੀਂ ਸਾਰੇ ਸੁੱਖ ਬਾਹਰੋਂ ਭੋਗ ਕੇ ਵੀ ਅੰਦਰੋਂ ਪਰੇਸ਼ਾਨ ਆ। ਹਰ ਬੰਦਾ ਚੰਗਾ ਭਲਾ ਵੀ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ, ਉਹਦਾ ਕਾਰਨ ਕੀ? ਅੰਦਰ ਦਾ ਰੋਗ ਦਾ ਇਲਾਜ ਨਹੀਂ ਹੋ ਰਿਹਾ।
ਜਿਹੜਾ ਦੁੱਖ ਪਰਮੇਸ਼ਵਰ ਤੋਂ ਵਿਛੜ ਕੇ ਹੈ ਉਹ ਦੁੱਖ ਹਿਰਦੇ 'ਚ ਬਣਿਆ। ਮਹਾਰਾਜ ਕਹਿੰਦੇ ਤੇਰੇ ਦੋਵੇਂ ਰੋਗ ਤੇ ਦੁੱਖ ਕੱਟੇ ਜਾਣਗੇ, ਪਰ ਜਿਹੜਾ ਸਹਾਰਾ ਦਿੱਤਾ ਹੈ ਤੈਨੂੰ ਉਹ ਸਹਾਰਾ ਲੈਣਾ ਪੈਣਾ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਂ ਡੇਰਾ ਭੰਨਾ। ਤੇਰੇ ਦੁੱਖ ਤਾਂ ਰੋਗ ਦਾ ਡੇਰਾ ਭੰਨਿਆ ਜਾਏਗਾ। ਉਹ ਸਹਾਰਾ ਕੀ ਹੈ? ਉਹ ਹੈ ਬਾਣੀ, ਗੁਰੂ। ਗੁਰੂ ਹੈ ਬਾਣੀ। ਉਹ ਸਾਨੂੰ ਗੁਰਬਾਣੀ ਦਾ ਆਸਰਾ ਦਿੱਤਾ ਹੈ ਵੀ ਤੂੰ ਗੁਰਬਾਣੀ ਦਾ ਆਸਰਾ ਲੈ, ਰੋਗ ਵੀ ਤੋਂ ਵੀ ਛੁਟਕਾਰਾ ਤੇ ਦੁੱਖ ਤੋਂ ਵੀ ਛੁਟਕਾਰਾ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰ ਪੂਰੇ ਕੇ ਚਰਨ ਮਨ ਬੁੱਠੇ। ਪਹਿਲਾਂ ਇਹ ਪੰਕਤੀ ਦੇ ਅਰਥ ਕਰਨੇ ਪੈਣਗੇ, ਫਿਰ ਪਹਿਲੀ ਪੰਕਤੀ ਦੇ ਅਰਥ ਹੋਣਗੇ। ਪੂਰੇ ਗੁਰੂ ਦੇ ਚਰਨ ਜਿਹਦੇ ਮਨ ਵਿੱਚ ਵਸ ਗਏ, ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ, ਬੁੱਠੇ ਦਾ ਮਤਲਬ ਵਸ ਜਾਣਾ। ਪੂਰੇ ਗੁਰੂ ਦੇ ਚਰਨ, ਚਰਨ ਤੋਂ ਭਾਵ ਪੂਰੇ ਗੁਰੂ ਦੀ ਬਾਣੀ, ਜਿਹਦੇ ਅੰਦਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਮਨ ਵਿੱਚ ਵਸ ਗਈ। ਸਭੇ ਸੁਖ ਪਏ ਪ੍ਰਭ ਤੁਠੇ। ਉਹਨਾਂ ਉੱਤੇ ਪ੍ਰਭੂ ਤਰੁੱਠ ਪਿਆ, ਉਹਨਾਂ ਉੱਤੇ ਪ੍ਰਭੂ ਪ੍ਰਸੰਨ ਹੋ ਗਿਆ। ਤਰੁੱਠਣ ਦਾ ਮਤਲਬ ਪ੍ਰਸੰਨ ਹੋ ਜਾਣਾ। ਤੇ ਜਿਹਦੇ ਉੱਤੇ ਪ੍ਰਭੂ ਪ੍ਰਸੰਨ ਹੋ ਗਿਆ, ਸਭੇ ਸੁਖ ਪਏ, ਉਹਨਾਂ ਨੂੰ ਸਾਰੇ ਹੀ ਸੁੱਖ ਮਿਲ ਗਏ, ਮਨ ਦੇ ਤਲ ਤੇ ਵੀ ਔਰ ਅਧਿਆਤਮਿਕ ਤਲ ਤੇ ਵੀ। ਸਾਰੇ ਦੇ ਸਾਰੇ ਸੁੱਖ ਉਹਨਾਂ ਨੂੰ ਮਿਲ ਗਏ। ਇਹ ਸਾਰੇ ਸੁੱਖ ਲੈਣ ਵਾਸਤੇ ਕੀ ਕਰਨਾ ਪਏਗਾ? ਗੁਰੂ ਦੇ ਚਰਨ ਮਨ ਵਿੱਚ ਵਸਾਉਣੇ ਪੈਣੇ ਆ। ਪਰ ਇਹ ਇੰਨਾ ਸੌਖਾ ਨਹੀਂ ਹੈ। ਇਹ ਬਾਣੀ ਮਨ ਵਿੱਚ ਵਸਦੀ ਨਹੀਂ, ਮਨ ਤੱਕ ਪਹੁੰਚਦੀ ਨਹੀਂ, ਵਸਣੀ ਤੇ ਦੂਰ ਦੀ ਗੱਲ ਹੈ। ਬਾਣੀ ਤਾਂ ਕੰਨਾਂ ਤੱਕ ਹੀ ਰਹਿ ਜਾਂਦੀ ਹੈ, ਅੱਗੇ ਜਾ ਹੀ ਨਹੀਂ ਪਾਉਂਦੀ। ਅੱਖਾਂ ਤੱਕ ਹੀ ਬਾਣੀ ਰਹਿ ਜਾਂਦੀ ਹੈ, ਅੱਗੇ ਇਹਦਾ ਪ੍ਰਭਾਵ, ਇਹਦਾ ਅਸਰ ਮਨ ਤੇ ਹੁੰਦਾ ਨਹੀਂ। ਜ਼ੁਬਾਨ ਉੱਤੇ ਬਾਣੀ 24 ਘੰਟੇ ਚੱਲ ਰਹੀ ਹੈ, ਪਰ ਠੀਕ ਹੈ, ਮੁਬਾਰਕ ਹੈ। ਕਈਆਂ ਦੇ ਤੇ ਉਹ ਵੀ ਨਹੀਂ ਚੱਲਦੀ। ਜਿਨ੍ਹਾਂ ਦੇ ਮੁੱਖ ਵੇਲੇ ਵਿੱਚ ਹਰ ਵੇਲੇ ਸ਼ਬਦ ਚੱਲ ਰਿਹਾ, ਚਲੋ ਮੁਬਾਰਕ ਹੈ। ਨਾ ਜਪਣ ਨਾਲੋਂ ਜਪਣਾ ਤੇ ਠੀਕ ਹੈ ਨਾ। ਜਿਹੜੇ ਗੁਰੂ ਘਰ ਦੇ ਵਿੱਚ ਕੇਵਲ ਨਮਸਕਾਰ ਕਰਕੇ ਹੀ ਚਲੇ ਜਾਣ ਵਾਲੇ ਆ, ਚਲੋ ਕਈਆਂ ਨਾਲੋਂ ਤੇ ਚੰਗੇ ਆ ਜਿਹੜੇ ਨਹੀਂ ਆਉਂਦੇ। ਜਿਹੜੇ ਬਿਲਕੁਲ ਹੀ ਨਹੀਂ ਆਉਂਦੇ, ਉਹਨਾਂ ਨਾਲੋਂ ਤੇ ਕਈ ਗੁਣਾ ਉਹ ਚੰਗੇ ਆ ਜਿਹੜਾ ਆਇਆ ਤੇ ਚਲਾ। ਕਮ ਸੇ ਕਮ 1 ਮਿੰਟ ਲਈ ਆਇਆ। ਉਹ 1 ਮਿੰਟ ਹੀ ਉਹਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਦੇ ਦੇਗਾ। ਇੱਕ ਦਿਨ ਸੰਗਤ ਵਿੱਚ ਬੈਠਣ ਨੂੰ ਮਨ ਕਰੇਗਾ, ਫਿਰ ਗੁਰਬਾਣੀ ਸੁਣਨ ਨੂੰ ਮਨ ਕਰੇਗਾ, ਫਿਰ ਆਪੇ ਹੀ ਰੰਗ ਲੱਗ ਜਾਣਾ। ਇੱਕ ਬੀਜ ਨੇ ਹੀ ਬਹੁਤੇ ਫਲ ਪੈਦਾ ਕਰਨੇ ਆ। ਜੇ ਬੀਜ ਹੀ ਨਹੀਂ ਹੋਏਗਾ ਤੇ ਫਲ ਕਿੱਥੋਂ ਮਿਲਣੇ ਆ? ਜਿਹੜਾ ਕੇਵਲ ਆ ਗਿਆ, ਆਇਆ ਤੇ ਚਲਾ ਗਿਆ, ਚਲੋ ਕਮ ਸੇ ਕਮ ਬੀਜ ਤੇ ਬੀਜਣ ਦੀ ਕੋਸ਼ਿਸ਼ ਕਰ ਰਿਹਾ ਨਾ। ਇੱਕ ਦਿਨ ਬੀਜਿਆ ਜਾਏਗਾ ਤੇ ਫਲ ਤੱਕ ਪਹੁੰਚ ਜਾਏਗਾ। ਗੁਰੂ ਸਾਹਿਬ ਕਹਿੰਦੇ ਆ ਜਿਨ੍ਹਾਂ ਨੇ ਪੂਰੇ ਗੁਰੂ ਦੇ, ਅਧੂਰੇ ਨਹੀਂ, ਕਿਉਂਕਿ ਦੁਨੀਆ ਅਧੂਰਿਆਂ ਦੇ ਚਰਨਾਂ ਵਿੱਚ ਜਾ ਕੇ ਡਿੱਗਦੀ ਆ। ਇਨਸਾਨੀਅਤ ਵਿੱਚ, ਮਨੁੱਖਤਾ ਵਿੱਚ ਕਹਿ ਲਓ ਕਿ ਇੰਨੀ ਗਿਰਾਵਟ ਆ ਗਈ ਕਿ ਅਸੀਂ ਬੰਦਿਆਂ ਦੇ ਪੈਰ ਧੋ ਧੋ ਕੇ ਹੀ ਪੀ ਜਾਂਦੇ ਆ। ਔਰ ਝਗੜੇ ਹੋ ਜਾਂਦੇ ਆ, ਲੜਾਈਆਂ ਹੋ ਜਾਂਦੀਆਂ ਨੇ ਵੀ ਮੈਂ 2 ਘੁੱਟ ਪੀਣਾ, ਮੈਂ ਆਹ 2 ਘੁੱਟ ਪੀਣਾ। ਤੇ ਜੇ ਕਹੀਏ ਖੰਡੇ ਦੀ ਪੌਲ ਪੀ ਲਓ, ਉਹ ਔਖੀ ਲੱਗਦੀ ਹੈ। ਪਰ ਕਿਸੇ ਦੇਹਧਾਰੀ ਦੇ ਚਰਨਾਂ ਦੇ ਵਿੱਚੋਂ ਜਿਹੜਾ ਉਹਨੂੰ ਅੰਮ੍ਰਿਤ ਸਮਝਦੇ ਆ ਉਹ ਲੋਕ, ਜਿਹੜਾ ਅੰਮ੍ਰਿਤ ਹੈ ਉਹਨੂੰ ਸਮਝਿਆ ਨਹੀਂ। ਪਰ ਜਿਹੜਾ ਦੇਹਧਾਰੀ ਸੀ, ਉਹਦੇ ਪੈਰ ਜਿਹੜੇ ਪਾਣੀ ਨੂੰ ਛੂਹ ਗਏ, ਉਹਨੂੰ ਅੰਮ੍ਰਿਤ ਸਮਝ ਕੇ ਅਸੀਂ ਲੜ ਪਏ ਵੀ ਇਹ ਮੈਨੂੰ ਵੀ ਚਾਹੀਦਾ, ਮੈਨੂੰ ਵੀ ਚਾਹੀਦਾ। ਇਹ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਕਈ ਦੇਹਧਾਰੀ ਜਿਹੜੇ ਗੁਰੂ ਬਣ ਬੈਠੇ ਆ, ਉਹਨਾਂ ਦਾ ਤੇ ਝੂਠਾ ਵੀ ਖਾਣ ਤੇ ਲੋਕੀ ਇੱਕ ਦੂਜੇ ਨਾਲ ਲੜ ਪੈਂਦੇ ਆ ਵੀ ਮੈਨੂੰ ਇਹਨਾਂ ਦਾ ਝੂਠ ਚਾਹੀਦਾ, ਮੈਨੂੰ ਜੇ ਕਹੀਏ ਕੜਾਹ ਪ੍ਰਸ਼ਾਦ ਛਕ ਲਓ ਤੇ ਮੂੰਹ ਫੇਰ ਲੈਂਦੇ ਆ। ਕਿਉਂਕਿ ਉਹਨਾਂ ਦੀ ਮਾਨਸਿਕ ਹਾਲਤ ਹੀ ਇਦਾਂ ਦੀ ਹੋ ਚੁੱਕੀ ਹੈ
ਕਿ ਉਹ ਕੜਾਹ ਪ੍ਰਸ਼ਾਦ ਦੀ ਦੇਗ ਛਕਣ ਤੋਂ ਇਨਕਾਰ ਕਰਨਗੇ, ਪਰ ਕਿਸੇ ਦੇਹ ਧਾਰੀ ਦਾ ਜੂਠਾ ਖਾਣ ਲੱਗਿਆਂ ਲੜ ਪੈਣਗੇ। ਖੰਡੇ ਦੀ ਪੌਲ ਲੈਣੀ ਹੋਵੇ ਤੇ ਔਖੇ ਹੋ ਜਾਂਦੇ ਆ, ਪਰ ਜੇ ਕਿਸੇ ਦੇ ਚਰਨਾਂ ਦਾ ਉਹ ਜਿਹੜਾ ਉਹਨੇ ਪੈਰਾਂ ਨੂੰ ਛੂਹਿਆ ਪਾਣੀ ਹੈ ਉਹ ਪੀਣਾ ਹੋਵੇ ਤੇ ਲੜ ਪੈਂਦੇ ਆ। ਇਹ ਸੱਚ ਹੈ, ਇਹ ਹਕੀਕਤ ਹੈ। ਦੁਨੀਆ ਵਿੱਚ ਦੇਖੋ ਤੁਸੀਂ ਕੀ ਕੁਝ ਨਹੀਂ ਹੁੰਦਾ, ਪਰ ਮਹਾਰਾਜ ਨੇ ਇੱਥੇ ਕਿਹਾ ਗੁਰ ਪੂਰੇ ਗੁਰੂ ਦੇ ਚਰਨ। ਤੇ ਪੂਰਾ ਗੁਰੂ ਸਾਡੇ ਲਈ ਕੌਣ ਹੈ? ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਇਹ ਕੋਈ ਚੰਦ ਸਿੱਖਾਂ ਦੇ ਨੂੰ ਨਹੀਂ ਸੀ, ਸਭ ਸਿੱਖਣ ਕੋ, ਸਾਰਿਆਂ ਨੂੰ ਹੁਕਮ ਸੀ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਸ਼ਬਦ ਗੁਰੂ ਪ੍ਰਗਟ ਗੁਰਾਂ ਕੀ ਦੇ, ਇਹਦਾ ਮਤਲਬ ਗੁਰੂ ਦਾ ਸ਼ਬਦ ਮਨ ਵਿੱਚ ਵਸਾਉਣਾ ਸੀ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਉਹਦੇ ਉੱਤੇ ਪ੍ਰਭੂ ਤਰੁੱਠ ਪਏ, ਪ੍ਰਸੰਨ ਹੋ ਪਏ। ਤੇ ਜਿਹਦੇ ਉੱਤੇ ਪ੍ਰਭੂ ਪ੍ਰਸੰਨ ਹੋਏ, ਸਭੇ ਸੁਖ ਭਏ ਪ੍ਰਭ ਤੁਠੇ। ਉਹਨਾਂ ਨੂੰ ਮਨ ਔਰ ਆਤਮਿਕ ਤਲ ਦੇ ਉੱਤੇ ਸਾਰੇ ਦੇ ਸਾਰੇ ਸੁਖ ਪ੍ਰਾਪਤ ਹੋ ਗਏ। ਤੇ ਜਦੋਂ ਆਹ ਦੋ ਚੀਜ਼ਾਂ ਹੋ ਗਈਆਂ, ਧਿਆਨ ਦਿਓ, ਜਦੋਂ ਦੋ ਚੀਜ਼ਾਂ ਹੋ ਗਈਆਂ, ਪਹਿਲੀ ਪੂਰੇ ਗੁਰ ਕੇ ਚਰਨ ਮਨ ਉਠੇ, ਇਸ ਤੋਂ ਬਾਅਦ ਫਿਰ ਦੂਜੀ ਸਭੇ ਸੁਖ ਭਏ ਪ੍ਰਭ ਤੁਠੇ। ਇਹ ਜਦੋਂ ਦੋ ਬਖਸ਼ਿਸ਼ਾਂ ਜੀਵਨ ਵਿੱਚ ਆਈਆਂ ਤੇ ਤੀਸਰੀ ਬਖਸ਼ਿਸ਼ ਕੀ ਹੋ ਗਈ? ਸਹਿਜ ਸਮਾਧ ਲੱਗੀ ਲਿਵ ਅੰਤਰ। ਅੰਦਰ ਲਿਵ ਲੱਗ ਗਈ, ਸੁਰਤ ਜੁੜ ਗਈ। ਜਦੋਂ ਲਿਵ ਲੱਗ, ਹੁਣ ਅਸੀਂ ਅਭਿਆਸ ਕਾਹਦੇ ਲਈ ਕਰਦੇ ਪਏ ਹਾਂ? ਨਿਤਨੇਮ ਕਿਉਂ ਕਰ ਰਹੇ ਹਾਂ? ਜੇ ਗੁਰਬਾਣੀ ਕੀਰਤਨ ਕਥਾ ਕਿਉਂ ਅਸੀਂ ਜੁੜ ਰਹੇ ਹਾਂ? ਸਾਡੀ ਕਿਸੇ ਤਰ੍ਹਾਂ ਲਿਵ ਲੱਗ ਜਾਏ। ਜਿਹੜਾ ਸਾਡਾ ਨੁਕਸਾਨ ਹੋਇਆ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਹ ਜਿਹੜੀ ਤ੍ਰਿਸ਼ਨਾ ਲੱਗ ਗਈ, ਲਿਵ ਛੁੜ ਗਈ, ਉਹ ਹੁਣ ਬਾਹਰੋਂ ਅਭਿਆਸ ਕਰ ਕਰਕੇ ਨਹੀਂ ਗੱਲ ਬਣੀ। ਭੁੱਖੇ ਰਹਿ ਕੇ, ਵਰਤ ਰੱਖ ਕੇ, ਪੁੱਠੇ ਲਟਕ ਕੇ ਗੱਲ ਨਹੀਂ ਬਣੀ। ਉਹ ਲਿਵ ਲੱਗਣੀ ਸੀ ਪੂਰੇ ਗੁਰੂ ਦੇ ਚਰਨਾਂ ਨੂੰ ਮਨ ਵਿੱਚ ਵਸਾ ਕੇ। ਤੇ ਜਦੋਂ ਮਨ ਵਿੱਚ ਗੁਰੂ ਦਾ ਸ਼ਬਦ ਵਸਿਆ, ਸੁੱਖ ਵੀ ਮਿਲ ਗਿਆ। ਤੇ ਫਿਰ ਕੀ ਹੋਇਆ? ਲਿਵ ਵੀ ਲੱਗ ਗਈ ਤੇ ਸਹਿਜ ਸਮਾਧ, ਧੱਦੇ ਨੂੰ ਸਿਹਾਰੀ ਸਮਾਧੀ। ਫਿਰ ਅੰਦਰ ਅਡੋਲਤਾ ਦੀ ਸਮਾਧੀ ਲੱਗ ਗਈ। ਸਰੀਰ ਦੀ ਸਮਾਧੀ ਲਾਉਣ ਲਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਤੇ ਵੀ ਨਹੀਂ ਕਿਹਾ। ਇੱਕ ਵੀ ਪੰਕਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚ ਨਹੀਂ ਜਿਹੜੀ ਸਰੀਰ ਦੀ ਸਮਾਧੀ ਦੀ ਗੱਲ ਕੀਤੀ ਹੋਵੇ। ਸਰੀਰ ਦੀ ਸਮਾਧੀ ਦੀ ਗੱਲ ਨਹੀਂ ਕੀਤੀ। ਮਹਾਰਾਜ ਕਹਿੰਦੇ ਅੰਦਰ ਜਦੋਂ ਤੇਰਾ ਮਨ ਟਿਕ ਜਾਏਗਾ, ਸਹਿਜ ਅਡੋਲਤਾ ਤੇਰੇ ਅੰਦਰ ਆਏਗੀ। ਅੰਦਰੋਂ ਤੇਰੇ ਸਮਾਧੀ ਲੱਗਣੀ ਚਾਹੀਦੀ ਹੈ। ਤੇਰੀ ਲਿਵ ਅੰਦਰ ਜਦੋਂ ਲੱਗੇਗੀ, ਫਿਰ ਤੂੰ ਉਸ ਸਮਾਧੀ ਵਿੱਚ ਲੀਨ। ਫਿਰ ਸਰੀਰ ਭਾਵੇਂ ਤੁਰਿਆ ਫਿਰੇ, ਤੇਰੇ ਅੰਦਰ ਸਮਾਧੀ ਲੱਗੀ ਹੋਣੀ ਚਾਹੀਦੀ ਹੈ। ਸਰੀਰ ਨਾਲ ਕੋਈ ਕਨੈਕਸ਼ਨ ਨਹੀਂ ਹੈ। ਹਾਂ ਠੀਕ ਹੈ, ਇਹ ਇੱਕ ਜ਼ਰੀਆ ਹੈ, ਇੱਕ ਸਹਾਰਾ ਹੈ। ਇਹਦੇ ਤੋਂ ਬਿਨਾਂ ਆਪਾਂ ਗੁਰੂ ਦੁਆਰੇ ਵੀ ਨਹੀਂ ਆ ਸਕਦੇ। ਸਰੀਰ ਦੇ ਰਾਹੀਂ ਹੀ ਖੇਡ ਬਣਨੀ ਹੈ, ਇਹ ਵੀ ਜ਼ਰੂਰੀ ਹੈ। ਪਰ ਜਦੋਂ ਅੰਦਰ ਸਮਾਧੀ ਲੱਗ ਗਈ, ਫਿਰ ਸਰੀਰ ਦਾ ਕਨੈਕਸ਼ਨ ਖਤਮ ਹੈ। ਫਿਰ ਸਰੀਰ ਦਾ ਮੋਹ ਤਿਆਗਣਾ ਪਏਗਾ, ਕਿਉਂਕਿ ਇਹਨੂੰ ਤਿਆਗ ਕੇ ਹੀ ਅੰਦਰ ਦੀ ਖੇਡ ਬਣਨੀ ਹੈ। ਇੱਕ ਦਿਨ ਜ਼ਿਕਰ ਕੀਤਾ ਸੀ ਕਿ ਕਈਆਂ ਨੇ ਨਾ ਤਸਵੀਰ ਫਰੇਮ ਬਣਾਇਆ। ਤੁਸੀਂ ਵੇਖੋ ਫਰੇਮ ਬਿਲਕੁਲ ਪਲੇਨ ਹੈ, ਕੁਛ ਨਜ਼ਰ ਨਹੀਂ ਆ ਰਿਹਾ। ਤੁਹਾਡੇ ਚੋਂ ਕਈਆਂ ਨੇ ਵੇਖਿਆ ਹੋਵੇਗਾ, ਬਿਲਕੁਲ ਪਲੇਨ ਹੈ, ਕੁਛ ਨਜ਼ਰ ਨਹੀਂ ਆ ਰਿਹਾ। ਬਸ ਉਹਦੇ ਵਿੱਚ ਨਜ਼ਰ ਟਿਕਾਉਣੀ ਪੈਂਦੀ ਹੈ। ਜਦੋਂ ਤੁਸੀਂ ਉਹਦੇ ਵਿੱਚ ਨਜ਼ਰ ਟਿਕਾਓਗੇ ਨਾ, ਉਹਦੇ ਪਿੱਛੇ ਲਿਖਿਆ ਹੋਇਆ ਉੱਭਰ ਕੇ ਬਾਹਰ ਆ ਜਾਏਗਾ। ਤੇ ਜਦੋਂ ਉਹ ਬਾਹਰ ਆਏਗਾ ਤੇ ਤੁਹਾਨੂੰ ਫਰੇਮ ਭੁੱਲ ਜਾਏਗਾ। ਉਹ ਫਰੇਮ ਫਿਰ ਤੁਹਾਡਾ ਖਿਆਲ ਨਿਕਲ ਜਾਏਗਾ। ਜਿਹੜਾ ਉਹਦੇ ਵਿੱਚੋਂ ਲਿਖਿਆ ਹੋਇਆ ਅੱਖਰ ਜਾਂ ਕੋਈ ਤਸਵੀਰ ਉੱਭਰ ਕੇ ਬਾਹਰ ਆਉਂਦੀ ਹੈ ਤੇ ਫਿਰ ਫਰੇਮ ਭੁੱਲ ਜਾਂਦਾ ਹੈ, ਕੇਵਲ ਉਹੀ ਦਿਮਾਗ ਵਿੱਚ ਰਹਿ ਜਾਂਦਾ ਹੈ। ਜਿਨ੍ਹਾਂ ਨੇ ਐਸਾ ਫਰੇਮ ਦੇਖਿਆ ਹੋਵੇਗਾ ਉਹਨਾਂ ਨੂੰ ਬਖੂਬੀ ਪਤਾ ਹੈ।
ਕਿਉਂਕਿ ਦਾਸ ਨੇ ਵੀ ਇੱਕ ਵਾਰ ਵੇਖਿਆ, ਉਹਨਾਂ ਆਖਿਆ ਵੀ ਦੱਸੋ ਇਹਦੇ ਵਿੱਚ ਕੀ ਲਿਖਿਆ। ਉਹ ਕਾਫੀ ਦੇਰ ਫਰੇਮ ਨੂੰ ਘੁਮਾ ਕੇ ਦੇਖਿਆ ਪਰ ਕੁਝ ਵੀ ਨਜ਼ਰ ਨਹੀਂ ਆਇਆ। ਆਖਿਆ ਵੀ ਇਹ ਤੇ ਬਿਲਕੁਲ ਪਲੇਨ ਹੈ, ਇਹ 'ਚ ਤਾਂ ਕੁਛ ਵੀ ਨਹੀਂ ਹੈ। ਕਾਫੀ ਦੇਰ ਉਹ ਇਸ ਤਰ੍ਹਾਂ ਚੱਲਦਾ ਰਿਹਾ। ਉਹਨਾਂ ਆਖਿਆ ਨਹੀਂ, ਫਰੇਮ ਨੂੰ ਸਿੱਧਾ ਰੱਖ ਕਿ ਸੁਰਤ ਟਿਕਾ ਕੇ, ਨਜ਼ਰ ਟਿਕਾ ਕੇ ਰੱਖੋ। ਤੇ ਜਦੋਂ ਨਜ਼ਰ ਬਿਲਕੁਲ ਫਰੇਮ ਦੇ ਵਿੱਚ ਟਿਕਾਈ, ਉਹਦੇ ਪਿੱਛੇ ਇੱਕ ਓਅੰਕਾਰ ਪ੍ਰਗਟ ਹੋ ਗਿਆ। ਉਹ ਜਦੋਂ ਇੱਕ ਓਅੰਕਾਰ ਪ੍ਰਗਟ ਹੋਇਆ ਤੇ ਫਰੇਮ ਦਿਮਾਗ ਚੋਂ ਹੀ ਨਿਕਲ ਗਿਆ, ਕੇਵਲ ਇੱਕ ਓਅੰਕਾਰ ਹੀ ਨਜ਼ਰ ਆਇਆ। ਬਸ ਇਹੀ ਖੇਡ ਸਾਡੀ ਹੈ ਵੀ ਜਦੋਂ ਸਾਡੀ ਲਿਵ ਲੱਗ ਗਈ ਨਾ ਸਮਾਧੀ ਅੰਦਰ, ਫਿਰ ਇਹ ਸਰੀਰ ਦਾ ਮੋਹ ਤਿਆਗਿਆ ਜਾਏਗਾ, ਫਿਰ ਸਰੀਰ ਦਾ ਖਿਆਲ ਨਹੀਂ ਆਏਗਾ। ਪਰ ਅਸੀਂ ਹਜੇ ਸਰੀਰ ਦੀ ਸਮਾਧੀ ਲਾ ਕੇ ਹੀ ਸਫਲ ਹੋਣਾ ਚਾਹੁੰਦੇ ਹਾਂ। ਪਰ ਮਹਾਰਾਜ ਕਹਿੰਦੇ ਨਹੀਂ, ਸਰੀਰ ਦੀ ਨਹੀਂ, ਤੇਰੇ ਅਧਿਆਤਮਕ ਤਲ ਤੇ ਸਮਾਧੀ ਲੱਗਣੀ ਹੈ। ਪਰ ਕਦੋਂ ਲੱਗਣੀ ਹੈ? ਜਦੋਂ ਵਾਹਿਗੁਰੂ ਜੀ ਨੇ ਤੇਰੇ ਤੇ ਤੁਰ ਉੱਠਣਾ। ਸਹਿਜ ਸਮਾਧ ਲੱਗੀ ਲਿਵ ਅੰਤਰ। ਤੇ ਜਦੋਂ ਲਿਵ ਲੱਗ ਗਈ, ਅੰਦਰ ਜਿਹੜੀ ਸੀ ਅਡੋਲਤਾ ਬਣ ਗਈ, ਜਿਹੜੀ ਉਲਟੇ ਲਟਕ ਕੇ ਵੀ ਨਹੀਂ ਸੀ ਗੱਲ ਬਣੀ, ਤੀਰਥਾਂ ਦੇ ਕੰਢੇ ਬਹਿ ਕੇ ਵੀ ਨਹੀਂ ਸੀ ਗੱਲ ਬਣੀ, ਭੁੱਖੇ ਰਹਿ ਕੇ ਵੀ ਨਹੀਂ ਸੀ ਗੱਲ ਬਣੀ। ਉਹ ਗੁਰੂ ਦੇ ਸ਼ਬਦ ਵਿੱਚ ਇਹ ਖੇਡ ਬਣ ਗਈ। ਹੁਣ ਜਿਨ੍ਹਾਂ ਅੰਦਰ ਲਿਵ ਲੱਗੀ, ਸਮਾਧੀ ਲੱਗੀ, ਸੋ ਰਸ ਸੋ ਜਾਣੈ ਜੀਓ। ਉਹ ਜਿਹੜਾ ਰਸ ਹੈ ਨਾ ਅੰਦਰ ਫਿਰ ਪ੍ਰਾਪਤ ਹੋਣਾ, ਉਹ ਫਿਰ ਜਿਹੜਾ ਰਸ ਲਿਵ ਵਿੱਚ ਲੱਗੇ ਵਿੱਚ ਅਸੀਂ ਪੀਣਾ, ਉਹਦਾ ਸਵਾਦ ਮਾਣਨਾ ਹੈ। ਜਿਹੜਾ ਰਸ ਚਖਣਾ ਫਿਰ ਉਹੀ ਜਾਣਦਾ, ਉਹਨੂੰ ਹੋਰ ਕੋਈ ਨਹੀਂ ਸਮਝ ਸਕਦਾ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਇਹ ਉਹਨੇ ਹੀ ਚਖਣਾ, ਸਹਿਜ ਸਮਾਧ ਲੱਗੀ ਲਿਵ ਅੰਤਰ। ਜਦੋਂ ਉਹ ਰਸ ਨੂੰ ਅੰਦਰੋਂ ਚੱਖ ਲਿਆ, ਫਿਰ ਸੋਈ ਜਾਣੈ ਜੀਓ। ਉਹੀ ਜਾਣਦਾ ਵੀ ਉਸ ਰਸ ਦਾ ਸਵਾਦ ਕੀ ਹੈ, ਉਹ ਰਸ ਕਿੱਦਾਂ ਦਾ ਹੈ। ਪਰ ਜਿਹੜਾ ਜਾਣਦਾ ਉਹ ਬੋਲ ਨਹੀਂ ਸਕਦਾ, ਕਿਉਂਕਿ ਗੂੰਗੇ ਦੀ ਮਠਿਆਈ ਦੀ ਖੇਡ ਬਣ ਜਾਂਦੀ ਹੈ। ਉਹ ਬਿਆਨ ਨਹੀਂ ਕਰ ਸਕਦਾ, ਉਹ ਪਰਮ ਰਸ ਨੂੰ ਪਾ ਲੈਂਦਾ। ਪਹਿਲੇ ਪਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਕਿਰਪਾ ਕਰਦੇ ਆ ਕਿ ਤੁਸੀਂ ਵੀ ਗੁਰੂ ਦੇ ਚਰਨ, ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਵਸਾਉਣ ਦਾ ਅਭਿਆਸ ਕਰਿਆ ਕਰੋ, ਯਤਨ ਕਰੋ। ਉਹ ਤਾਂ ਹੀ ਹੋਏਗਾ ਜੇ ਗੁਰੂ ਨਾਲ ਪਿਆਰ। ਜੇ ਅਸੀਂ ਫਾਰਮੈਲਿਟੀ ਚੋਂ ਨਿਕਲਾਂਗੇ, ਦਿਖਾਵੇ ਚੋਂ ਨਿਕਲਾਂਗੇ, ਦਿਖਾਵੇ ਦੀ ਜ਼ਿੰਦਗੀ ਜਿਉਂਦੇ ਜਿਉਂਦੇ ਅਸੀਂ ਗੁਰੂ ਨਾਲ ਵੀ ਦਿਖਾਵਾ ਹੀ ਕਰ ਰਹੇ ਹਾਂ। ਰਿਸ਼ਤੇਦਾਰੀਆਂ 'ਚ, ਪਰਿਵਾਰ 'ਚ, ਸਮਾਜ ਫਾਰਮੈਲਿਟੀ ਕਰਦੇ ਕਰਦੇ ਅਸੀਂ ਗੁਰੂ ਸਾਹਿਬ ਨਾਲ ਵੀ ਫਾਰਮੈਲਿਟੀ ਪੂਰੀ ਕਰ ਰਹੇ ਹਾਂ। ਨਹੀਂ, ਇੱਥੇ ਕੋਈ ਫਾਰਮੈਲਿਟੀ ਨਹੀਂ, ਦਿਖਾਵਾ ਨਹੀਂ, ਰਸਮ ਨਹੀਂ। ਇੱਥੇ ਕੇਵਲ ਤੇ ਕੇਵਲ ਪਿਆਰ ਹੈ, ਪ੍ਰੀਤ ਹੈ, ਪ੍ਰੇਮ ਹੈ। ਇੰਨਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਪਾ ਲਓ ਕਿ ਅਗਲੀਆਂ ਬਖਸ਼ਿਸ਼ਾਂ ਦੇ ਦਰਵਾਜ਼ੇ ਆਪੇ ਹੀ ਖੁੱਲ ਜਾਣ, ਸਾਨੂੰ ਖੋਲਣ ਦੀ ਲੋੜ ਨਾ ਪਏ। ਇੱਕ ਇੱਕ ਦਰਵਾਜ਼ਾ ਬਖਸ਼ਿਸ਼ ਦਾ ਖੁੱਲਦਾ ਜਾਏ। ਬਸ ਗੁਰੂ ਚਰਨਾਂ ਨਾਲ ਪਿਆਰ ਪਾਉਣ ਦੀ ਲੋੜ ਹੈ। ਔਰ ਇੰਨਾ ਪਿਆਰ ਪਾਉਣਾ ਹੈ ਕਿ ਜਿੰਨਾ ਮਛਲੀ ਦਾ ਪਾਣੀ ਦੇ ਨਾਲ ਹੈ, ਭਵਰੇ ਦਾ ਫੁੱਲ ਦੇ ਰਸ ਦੇ ਨਾਲ ਹੈ, ਚੰਦ ਦਾ ਚਕੋਰ ਦੇ ਨਾਲ ਹੈ। ਕਿੰਨੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀਆਂ ਨੇ ਵੀ ਤੂੰ ਇਸ ਤਰ੍ਹਾਂ ਗੂੜਾ ਪਿਆਰ ਵਾਹਿਗੁਰੂ ਜੀ ਦੇ ਨਾਲ ਪਾ, ਫਿਰ ਇਹ ਸਹਿਜ ਸਮਾਧ ਲੱਗੀ ਲਿਵ ਅੰਤਰ। ਸੋ ਰਸ, ਉਹ ਜਿਹੜਾ ਰਸ ਹੈ, ਸੋਈ ਜਾਣੈ ਦਿਓ, ਉਹੀ ਜਾਣ ਸਕਦਾ ਹੈ। ਅਗੰਮ ਅਗੋਚਰ ਸਾਹਿਬ ਮੇਰਾ, ਘਟ ਘਟ ਅੰਤਰ ਵਰਤੈ ਨੇਰਾ। ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆਪ ਪਛਾਣੈ ਜਿਉ। ਹੁਣ ਜਿਨੇ ਅੰਦਰ ਦੀ ਇਹ ਖੇਡ ਬਣਾ ਕੇ ਰਸ ਨੂੰ ਜਾਣਿਆ, ਪੁੱਛਿਆ ਵੀ ਕੁਛ ਤਾਂ ਪਰਮੇਸ਼ਵਰ ਬਾਰੇ ਦੱਸੋ, ਅੰਦਰ ਦੀ ਜਿਹੜੀ ਖੇਡ ਵਰਤ ਰਹੀ ਹੈ।
ਉਹਨਾਂ ਇੱਕੋ ਗੱਲ ਆਖੀ, ਕਹਿੰਦੇ ਅਗਮ ਅਗੋਚਰ ਸਾਹਿਬ ਮੇਰਾ। ਉਹ ਜਿਹੜਾ ਮੇਰਾ ਸਾਹਿਬ ਹੈ ਨਾ, ਜਿਹਦੇ ਕੋਲੋਂ ਸਭੇ ਸੁਖ ਭਏ ਪ੍ਰਭ ਤੁਠੇ, ਸਭੇ ਸੁਖ ਪ੍ਰਾਪਤ ਹੋ ਗਏ, ਉਹ ਜਿਹੜਾ ਮੇਰਾ ਸਾਹਿਬ ਹੈ ਨਾ, ਅਗਮ ਅਗੋਚਰ ਹੈ। ਉਹ ਅਗਾਂਹ ਤੋਂ ਅਗਾਂਹ, ਅਗਾਂਹ ਤੋਂ ਅਗਾਂਹ, ਅਗਾਂਹ ਤੋਂ ਅਗਾਂਹ, ਉਹਦਾ ਕੋਈ ਅਖੀਰ ਹੀ ਨਹੀਂ ਹੈ, ਉਹਦਾ ਕੋਈ ਹੱਦ ਬੰਨਾ ਹੀ ਨਹੀਂ ਹੈ, ਉਹਦਾ ਕੋਈ ਅੰਤ ਹੀ ਨਹੀਂ ਹੈ। ਅਗੋਚਰ, ਜਿਹੜਾ ਗਿਆਨ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ। ਕੋਈ ਦੁਨੀਆ ਦਾ ਐਸਾ ਗਿਆਨ ਨਹੀਂ ਜਿਹੜਾ ਸਾਨੂੰ ਉਹਦੇ ਤੱਕ ਪਹੁੰਚਾ ਸਕੇ। ਵਿਗਿਆਨ ਠੀਕ ਹੈ, ਬਾਹਰੀ ਤੌਰ ਉੱਤੇ ਬੜੀਆਂ ਚੋਟੀਆਂ ਸਿਖਰਾਂ ਤੇ ਪਹੁੰਚਾ ਦਿੱਤਾ ਸਾਨੂੰ, ਪਰ ਵਿਗਿਆਨ ਵੀ ਸਾਨੂੰ ਬ੍ਰਹਮ ਤੱਕ ਨਹੀਂ ਪਹੁੰਚਾ ਸਕਦਾ। ਉਹਦੇ ਲਈ ਸਾਨੂੰ ਬ੍ਰਹਮ ਗਿਆਨ ਦਾ ਆਸਰਾ ਲੈਣਾ ਪਏਗਾ, ਤੇ ਬ੍ਰਹਮ ਗਿਆਨ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ ਮਿਲਣਾ ਹੈ। ਉਹ ਅਗੰਮ ਹੈ, ਅਗਾਹਾਂ ਤੋਂ ਵੀ ਅਗਾਹਾਂ। ਅਗੋਚਰ ਹੈ, ਉਹ ਸਾਡੇ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ, ਜਿਹਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ। ਘਟ ਘਟ ਅੰਤਰ ਵਰਤੈ ਨੇਰਾ। ਔਰ ਦੂਜੀ ਗੱਲ, ਸਾਰਿਆਂ ਦੇ ਘਟ ਹਿਰਦੇ ਵਿੱਚ ਵਰਤ ਰਿਹਾ। ਕੋਈ ਐਸਾ ਹਿਰਦਾ ਨਹੀਂ ਜਿਹਦੇ ਵਿੱਚ ਉਹ ਨਾ ਵਰਤ ਰਿਹਾ ਹੋਵੇ, ਔਰ ਨੇਰਾ, ਨੇੜੇ ਹੋ ਕੇ ਵਰਤ ਰਿਹਾ। ਪਰ ਇਹ ਨੇੜੇ ਹੋ ਕੇ ਵਰਤ ਰਿਹਾ ਕਿਹਨੂੰ ਮਹਿਸੂਸ ਹੋਏਗਾ? ਜਿਹਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸਣਗੇ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਵਸੇਗਾ। ਉਹਨੂੰ ਨਜ਼ਰ ਆਏਗਾ ਕਿ ਪ੍ਰਭ ਨੇਰ ਹੂੰ ਤੇ ਨੇੜਿਆ। ਉਹ ਤਾਂ ਨੇੜੇ ਤੋਂ ਵੀ ਨੇੜੇ ਹੈ। ਮੈਂ ਸੋਚਿਆ ਸੀ ਚਲੋ ਇੰਨਾ ਕੁ ਨਾ ਨੇੜੇ ਹੋਏਗਾ, ਪਰ ਉਹ ਤਾਂ ਮੇਰੀ ਸੋਚ ਤੋਂ ਕਈ ਗੁਣਾ ਵੱਧ ਨੇੜੇ ਹੈ। ਕਦੋਂ ਪਤਾ ਲੱਗਾ? ਜਦੋਂ ਗੁਰੂ ਦਾ ਸ਼ਬਦ ਅੰਦਰ ਵਸ ਗਿਆ। ਮਨਮੁਖ ਨੂੰ ਨਹੀਂ ਪਤਾ ਲੱਗਾ, ਸ਼ਬਦ ਨਹੀਂ ਵਸਿਆ। ਮਨਮੁਖ ਤੋਂ ਫਿਰ ਪਰਮੇਸ਼ਰ ਬੜੀ ਦੂਰ ਹੈ, ਉਹ ਨੇੜੇ ਹੋ ਕੇ ਵੀ ਬੜੀ ਦੂਰ ਹੈ, ਕਿਉਂਕਿ ਉਹਦੇ ਨਾਲ ਸਾਂਝ ਨਹੀਂ ਨਾ ਬਣੀ, ਉਹਦੇ ਨਾਲ ਪਿਆਰ ਨਹੀਂ ਬਣਿਆ। ਕਈ ਵਾਰ ਦੇਖਿਆ, ਇੱਕ ਘਰ ਦੇ ਵਿੱਚ ਦੋ ਜੀ ਰਹਿੰਦੇ ਆ, ਪਰ ਆਪਸ ਵਿੱਚ ਬੁਲਾਉਂਦੇ ਨਹੀਂ, ਇੱਕ ਦੂਸਰੇ ਨੂੰ ਬੋਲਦੇ ਨਹੀਂ, ਮਿਲਦੇ ਨਹੀਂ, ਵਰਤਦੇ ਨਹੀਂ ਇੱਕ ਦੂਜੇ ਨਾਲ। ਉਹ ਨੇੜੇ ਹੋ ਕੇ ਵੀ ਕਈ ਕੋਹਾਂ ਦੂਰ ਨੇ। ਪਰ ਇੱਕ ਵਿਦੇਸ਼ ਵਿੱਚ ਵਸਦਾ, ਅਥਾਹ ਪਿਆਰ ਹੈ ਉਹਦੇ ਨਾਲ, ਉਹ ਵਿਦੇਸ਼ ਵਿੱਚ ਰਹਿ ਕੇ ਵੀ ਨੇੜੇ ਤੋਂ ਨੇੜੇ ਹੈ। ਇੱਕ ਘਰ ਦੇ ਵਿੱਚ ਰਹਿ ਕੇ ਵੀ ਕੋਹਾਂ ਦੂਰ ਹੋ ਗਿਆ, ਇੱਕ ਕੋਹਾਂ ਦੂਰੀ ਤੇ ਬੈਠਾ ਵੀ ਨੇੜੇ ਤੋਂ ਨੇੜੇ ਹੋ ਗਿਆ। ਗੱਲ ਕੀ ਹੈ? ਸਿਰਫ ਪਿਆਰ ਦੀ। ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਬਣਿਆ, ਪ੍ਰਭੂ ਨੇੜੇ ਤੋਂ ਵੀ ਨੇੜੇ ਮਹਿਸੂਸ ਹੋ ਪਿਆ। ਜਿਨ੍ਹਾਂ ਦਾ ਨਹੀਂ ਬਣਿਆ, ਉਹ ਨੇੜੇ ਹੋ ਕੇ ਵੀ ਉਹਨਾਂ ਤੋਂ ਦੂਰ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਈਆਂ ਦੇ ਨੇੜੇ, ਕਈਆਂ ਦੇ ਦੂਰ। ਉਹ ਜਿਨ੍ਹਾਂ ਦੇ ਦੂਰ ਹੈ ਉਹਨਾਂ ਦੇ ਵੀ ਨੇੜੇ ਹੀ ਹੈ। ਇਹ ਨਹੀਂ ਕਿ ਉਹਨਾਂ ਤੋਂ ਦੂਰ ਹੈ, ਇਹ ਉਹਨਾਂ ਨੂੰ ਲੱਗ ਰਿਹਾ ਵੀ ਉਹ ਸਾਡੇ ਤੋਂ ਕਈ ਕੋਹਾਂ ਦੂਰ ਹੈ। ਹੁਣ ਜਿਹਨੂੰ ਸਮਝ, ਜਿਹਦੀ ਸਮਾਧੀ ਲੱਗੀ ਹੋਈ ਹੈ, ਉਹੀ ਕਹਿ ਰਿਹਾ ਹੈ ਅਗਮ ਅਗੋਚਰ ਸਾਹਿਬ ਮੇਰਾ। ਘਟ ਘਟ ਅੰਤਰ ਵਰਤੈ ਨੇਰਾ। ਉਹ ਤੇ ਨੇੜੇ ਹੋ ਕੇ ਵਰਤ ਰਿਹਾ। ਤਾਂ ਹੀ ਤੇ ਆਖਿਆ ਸੀ ਉੱਚੀ ਉੱਚੀ ਬੋਲ ਬੋਲ ਕੇ ਸੁਣਾਉਣ ਦੀ ਲੋੜ ਨਹੀਂ, ਉਹ ਤਾਂ ਬਿਲਕੁਲ ਨੇੜੇ ਹੋ ਕੇ ਵਰਤ ਰਿਹਾ ਹੈ। ਤੂੰ ਜੇ ਅੰਦਰੋਂ ਹੀ ਉਹਨੂੰ ਆਵਾਜ਼ ਦੇਵੇਂਗਾ ਨਾ, ਬਿਨਾਂ ਮੂੰਹ ਖੋਲਿਆ, ਤਾਂ ਵੀ ਉਹ ਤੇਰੀ ਗੱਲ ਸੁਣ ਲਏਗਾ। ਤੈਨੂੰ ਮੂੰਹ ਖੋਲ ਕੇ ਉੱਚੀ ਉੱਚੀ ਬੋਲਣ ਦੀ, ਆਵਾਜ਼ ਦੇਣ ਦੀ ਜ਼ਰੂਰਤ ਨਹੀਂ ਹੈ। ਬਿਨ ਬੋਲਿਆ ਸਭ ਕੁਛ ਜਾਣਦਾ। ਸਦਾ ਅਲਿਪਤ, ਉਹ ਸਦਾ ਸਾਰਿਆਂ ਦੇ ਵਿੱਚ ਰਹਿ ਕੇ ਵੀ ਨਿਰਲੇਪ ਹੈ ਸਾਰਿਆਂ ਤੋਂ। ਕੋਈ ਵੀ ਲੇਪ ਉਹਦੇ ਤੇ ਨਹੀਂ, ਕਿਸੇ ਦਾ ਵੀ ਮਾਇਆਵੀ ਲੇਪ ਦਾ ਅਸਰ ਉਹਦੇ ਤੇ ਨਹੀਂ ਹੁੰਦਾ। ਹੁਣ ਹੈ ਤਾਂ ਮਨਮੁਖਾਂ ਦੇ ਵੀ ਨੇੜੇ ਹੈ। ਇੱਕ ਹਰਮੰਦਰ ਸਾਹਿਬ, ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਨੇ, ਔਰ ਇੱਕ ਬਾਹਰੋਂ ਜਿਹੜੇ ਹਮਲਾ ਕਰ ਰਹੇ ਨੇ ਦਰਬਾਰ ਸਾਹਿਬ ਦੇ ਅੰਦਰ, ਜਿੰਨੇ ਵੀ ਨੇ ਉਹਨਾਂ ਉੱਤੇ ਹਮਲਾ ਕਰ ਰਹੇ ਆ। ਪਰ ਦੇਖਿਆ ਜਾਏ ਤੇ ਰੱਬ ਤਾਂ ਦੋਵਾਂ ਦੇ ਵਿੱਚ ਹੈ। ਜਿਹਦੇ ਉੱਤੇ ਹਮਲਾ ਹੋ ਰਿਹਾ ਉਹਦੇ ਵਿੱਚ ਵੀ ਰੱਬ ਵਸਦਾ ਹੈ,
ਜਿਹੜਾ ਕਰ ਰਿਹਾ ਰੱਬ ਉਹਦੇ ਅੰਦਰ ਵੀ ਵਸ ਰਿਹਾ, ਪਰ ਫਰਕ ਕੀ ਹੈ? ਇੱਕ ਨੇ ਮਹਿਸੂਸ ਕੀਤਾ ਹੋਇਆ, ਇੱਕ ਨੇ ਨਹੀਂ ਕੀਤਾ ਹੋਇਆ। ਇੱਕ ਹਉਮੈ ਨਾਲ, ਹੰਕਾਰ ਦੇ ਨਾਲ ਭਰਿਆ ਹੋਇਆ, ਉਹਨੂੰ ਆਪਣੀ ਪਾਵਰ ਤੇ ਮਾਣ ਹੈ, ਉਹਨੂੰ ਆਪਣੀ ਤਾਕਤ ਤੇ ਮਾਣ ਹੈ ਕਿ ਮੈਂ ਜੋ ਚਾਹਾਂ ਕਰ ਸਕਦਾ, ਜੋ ਕਰਨਾ ਚਾਹਾਂ ਉਹ ਕਰਵਾ ਸਕਦਾ, ਉਹਨੂੰ ਆਪਣੀ ਤਾਕਤ ਤੇ ਜਿਹਨੂੰ ਆਪਣੀ ਤਾਕਤ ਤੇ ਮਾਣ ਹੈ, ਪਰਮੇਸ਼ਵਰ ਫਿਰ ਉਹਨਾਂ ਤੋਂ ਦੂਰ ਹੋ ਜਾਂਦਾ ਹੈ ਕਿ ਜੇ ਤੈਨੂੰ ਆਪਣੇ ਤੇ ਮਾਣ ਹੈ ਫਿਰ ਤੂੰ ਆਪਣਾ ਜ਼ੋਰ ਚਲਾ। ਪਰ ਜਿਨ੍ਹਾਂ ਨੂੰ ਆਪਣੇ ਤੇ ਮਾਣ ਨਹੀਂ ਸੀ, ਉਹਨਾਂ ਆਖਿਆ ਮਹਾਰਾਜ ਜੋ ਵਰਤਣਾ ਵਰਤਾਉਣਾ ਤੁਸੀਂ ਹੈ, ਅਸੀਂ ਤਾਂ ਤੁਹਾਡੇ ਹੁਕਮ ਵਿੱਚ ਚੱਲਣਾ, ਕਿਉਂਕਿ ਅਸੀਂ ਤੁਹਾਡੇ ਜ਼ੋਰ ਦੇ ਆਸਰੇ ਚੱਲਣਾ ਹੈ, ਸਾਡੇ ਵਿੱਚ ਕੋਈ ਜ਼ੋਰ ਨਹੀਂ ਹੈ, ਸਾਡੇ ਵਿੱਚ ਕੋਈ ਬਲ ਤਾਕਤ ਨਹੀਂ, ਅਸੀਂ ਤੇ ਨਿਮਾਣੇ ਹੋ ਕੇ ਤੁਹਾਡੇ ਚਰਨਾਂ 'ਚ ਢਹਿ ਪਏ ਹਾਂ। ਕੁਲਦੀਪ ਸਿੰਘ ਬਰਾੜ ਜਿਹੜਾ ਕਹਿੰਦਾ ਸੀ ਕਿ ਇਸ ਮਿਸ਼ਨ ਨੂੰ ਕੁਝ ਘੰਟਿਆਂ 'ਚ ਹੀ ਪੂਰਾ ਕੀਤਾ ਜਾ ਸਕਦਾ ਹੈ, ਔਰ ਜਿਹੜਾ ਸਭ ਤੋਂ ਵੱਡਾ ਜਿਹਦੇ ਹੇਠ ਕਮਾਂਡ ਹੈ ਉਹ ਵੀ ਮਿਸ਼ਨ ਕਹਿੰਦੇ ਸੀ ਕੁਝ ਘੰਟਿਆਂ 'ਚ ਪੂਰਾ ਹੋ ਜਾਏਗਾ, ਤੇ 1 ਤਰੀਕ ਤੋਂ ਸ਼ੁਰੂ ਹੋਇਆ, ਅੱਜ 4 ਤਰੀਕ ਹੋ ਗਈ ਹੈ। 4 ਤਰੀਕ ਦੇ ਵਿੱਚ ਗੋਲਾਬਾਰੀ ਹੁੰਦੀ ਰਹੀ ਹੈ, ਦਿਨ ਵੇਲੇ ਵੀ ਰਾਤ ਵੇਲੇ ਵੀ। ਬਿਜਲੀ ਦੇ ਕਨੈਕਸ਼ਨ ਵੀ ਇਹਨਾਂ ਨੇ ਕੱਟ ਕੇ ਵੇਖ ਲਏ ਆ, ਪਾਣੀ ਦੀ ਟੈਂਕੀ ਵੀ ਜਿਹੜੀ ਆ ਉਡਾ ਕੇ ਵੇਖ ਲਈ ਹੈ ਵੀ ਇਹ ਕਿਸੇ ਤਰ੍ਹਾਂ ਡੋਲ ਜਾਣਗੇ, ਘਾਬਰ ਜਾਣਗੇ, ਬਾਹਰ ਆ ਜਾਣਗੇ। ਅੱਤ ਦੀ ਗਰਮੀ ਜਦੋਂ ਲੱਗੇਗੀ, ਜਦੋਂ ਇਹਨਾਂ ਦੀ ਘਬਰਾਹਟ ਹੋਏਗੀ, ਆਪੇ ਹੀ ਬਾਹਰ ਭੱਜੇ ਆਉਣਗੇ। ਇਹ ਆਪਣਾ ਜ਼ੋਰ ਦਿਖਾ ਰਹੇ ਆ ਜਿਹੜੇ ਰੱਬ ਨੂੰ ਭੁੱਲ ਕੇ ਤੇ ਰੱਬ ਦੇ ਘਰ ਤੇ ਹੀ ਹਮਲਾ ਕਰ ਰਹੇ ਆ। हवस के बंदे वफा को बेच देते हैं, खुदा के घर की क्या कहिए, खुदा को बेच देते। उन्हां दे लई रब की है, ਜਿਹੜੇ ਅੰਦਰੋਂ ਹਵਸ ਨਾਲ ਭਰੇ ਹੋਏ ਆ ਉਹਨਾਂ ਲਈ ਰੱਬ ਕੋਈ ਮਾਇਨੇ ਨਹੀਂ ਰੱਖਦਾ, ਉਹ ਤਾਂ ਰੱਬ ਨੂੰ ਵੀ ਵੇਚਣ ਤੁਰ ਪੈਂਦੇ ਆ। ਜਿਹੜਾ ਰੱਬ ਆਪਣੇ ਹੰਕਾਰ ਨਾਲ ਭਰਿਆ ਹੋਇਆ ਉਹ ਨਿਰੰਕਾਰ ਨੂੰ ਭੁਲਾ ਕੇ ਤੇ ਨਿਰੰਕਾਰ ਦੇ ਘਰ ਤੇ ਹੀ ਹਮਲਾ ਕਰ ਰਿਹਾ ਹੈ, ਰੱਬ ਦੇ ਘਰ ਉੱਤੇ ਹੀ ਅਟੈਕ ਕਰ ਰਿਹਾ ਹੈ। ਪਰ ਗੁਰੂ ਸਾਹਿਬ ਨੇ ਵੀ ਕਲਾ ਵਰਤਾਈ ਆ, ਭਾਵੇਂ ਅੱਤ ਦੀ ਗਰਮੀ ਹੈ। ਕਈ ਮਾਵਾਂ ਐਸੀਆਂ ਨੇ ਜਿਨ੍ਹਾਂ ਦੇ ਗੋਦ ਵਿੱਚ ਦੁੱਧ ਪੀਂਦੇ ਬੱਚੇ ਨੇ, ਪਾਣੀ ਦਾ ਘੁੱਟ ਤੱਕ ਨਹੀਂ ਮਿਲ ਰਿਹਾ ਕਿਉਂਕਿ ਪਾਣੀ ਦੀਆਂ ਟੈਂਕੀਆਂ ਉਡਾ ਦਿੱਤੀਆਂ ਨੇ, ਤੇ ਉਹ ਜਿਹੜੇ ਪਸੀਨਾ ਚੋ ਰਿਹਾ ਨਾ, ਪਸੀਨਾ ਉਹਨੂੰ ਨਿਚੋੜ ਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾ ਰਹੇ ਆ। ਆਪ ਭਾਵੇਂ ਮਾਂ ਪਿਆਸੀ ਹੈ ਪਰ ਫਿਰ ਵੀ ਆਪਣੇ ਬੱਚੇ ਦੇ ਮੂੰਹ ਵਿੱਚ ਉਹ ਆਪਣਾ ਹੀ ਪਸੀਨਾ ਨਿਚੋੜ ਕੇ ਪਾ ਰਹੀ ਹੈ ਤਾਂ ਕਿ ਇਹਦਾ ਗਲ ਨਾ ਸੁੱਕ ਜਾਏ। ਪਰ ਉਹ ਡੋਲੇ ਨਹੀਂ, ਅਡੋਲ ਰਹਿ ਕੇ ਬਸ ਭਰੋਸਾ ਹੈ ਵਾਹਿਗੁਰੂ ਜੀ ਉੱਪਰ ਕਿ ਅਸੀਂ ਸ਼ਹਾਦਤਾਂ ਦੇ ਜਾਮ ਪੀ ਜਾਾਂਗੇ, ਇੱਥੇ ਸ਼ਹੀਦ ਹੋ ਜਾਾਂਗੇ, ਪਰ ਮਹਾਰਾਜ ਇਹਨਾਂ ਅੱਗੇ ਗੋਡੇ ਨਹੀਂ ਟੇਕਣੇ, ਹਾਰ ਨਹੀਂ ਆਪਣੀ ਮੰਨਣੀ। ਕਿਉਂਕਿ ਹੁਣ ਗੱਲ ਸਾਡੀ ਤੁਹਾਡੀ ਨਹੀਂ ਹੈ, ਹੁਣ ਗੱਲ ਹੈ ਦੀਨ ਧਰਮ ਦੀ ਗੱਲ ਹੈ। ਹੁਣ ਗੱਲ ਇਹਨਾਂ ਦਾ ਨਿਸ਼ਾਨਾ ਸੀ ਅਕਾਲ ਤਖਤ ਸਾਹਿਬ ਨੂੰ ਮਿਟਾਉਣਾ ਹੈ, ਤੇ ਇਹਨਾਂ ਨੇ ਪਹਿਲਾਂ ਗੱਲ ਵੀ ਕੀਤੀ ਸੀ ਕਿ ਧਰਮ ਅਸਥਾਨ ਭਾਵ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ। ਇਹ ਤੇ ਬਾਅਦ ਵਿੱਚ ਪਤਾ ਲੱਗਾ ਨਾ ਵੀ ਕਿੰਨੀਆਂ ਗੋਲੀਆਂ ਦਰਬਾਰ ਸਾਹਿਬ ਦੇ ਉੱਤੇ ਚਲਾਈਆਂ ਸੀ। ਉਹ ਗੋਲੀਆਂ ਦੇ ਨਿਸ਼ਾਨ ਦੱਸਦੇ ਆ ਵੀ ਇਹਨਾਂ ਅੰਦਰ ਕਿੰਨੀ ਕੁ ਭਾਵਨਾ ਸੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਪ੍ਰਤੀ। ਪੂਰਾ ਜ਼ੋਰ ਲੱਗਾ ਹੋਇਆ ਹੈ ਔਰ ਕਲਪੇ ਪਏ ਨੇ ਵੀ ਇੰਨੇ ਦਿਨ ਹੋ ਗਏ ਨੇ, ਅੱਜ 4 ਤਰੀਕ ਹੋ ਗਈ ਹੈ ਤੇ ਹਜੇ ਤੱਕ ਅਸੀਂ ਇਹਨਾਂ ਦੇ ਕੋਲ ਪਹੁੰਚਣਾ ਤੇ ਦੂਰ ਦੀ ਗੱਲ, ਅਸੀਂ ਹਜੇ ਪਰਿਕਰਮਾ ਤੱਕ ਨਹੀਂ ਪਹੁੰਚ ਪਾਏ। ਅੱਜ ਜਿਹੜਾ 4 ਤਰੀਕ ਹੈ ਤੇ ਸਵੇਰੇ ਤਕਰੀਬਨ 4:30 ਪੌਣੇ 5 ਵਜੇ ਹੀ ਇਹਨਾਂ ਨੇ ਗੋਲਾਬਾਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ। ਹਾਲਾਂਕਿ ਅੰਦਰ ਜਿਹੜੀ ਕਮਾਂਡ ਹੈ ਉਹ ਜਰਨਲ ਸੁਬੇਗ ਸਿੰਘ ਦੇ ਹੱਥ ਵਿੱਚ ਹੈ, ਕਿਉਂਕਿ ਦਿਮਾਗ ਉਹ ਸਾਰਾ ਚੱਲ ਰਿਹਾ ਕਿ ਕਿਵੇਂ ਕਿਵੇਂ ਮੋਰਚੇ ਲਾਉਣੇ ਆ, ਕਿਵੇਂ ਕਿਵੇਂ ਇਹਨਾਂ ਦਾ ਮੁਕਾਬਲਾ ਕਰਨਾ ਹੈ, ਕਿਵੇਂ ਕਿਵੇਂ ਇਹਨਾਂ ਦਾ ਸਾਹਮਣਾ ਕਰਨਾ ਹੈ।
ਇਸ ਵਾਸਤੇ ਇਹ ਮੰਨਦੇ ਵੀ ਆ ਕਿ ਜਰਨਲ ਸੁਬੇਗ ਸਿੰਘ ਦੀ ਅੰਦਰ ਦਿਮਾਗੀ ਜਿਹੜੀ ਸੋਚ ਹੈ ਨਾ, ਉੱਥੇ ਤੱਕ ਪਹੁੰਚਣਾ ਸਾਡੇ ਵੱਸ ਦੀ ਗੱਲ ਨਹੀਂ, ਉਹਨੂੰ ਹਰਾਉਣਾ ਸਾਡੇ ਵੱਸ ਦੀ ਗੱਲ ਨਹੀਂ। ਜਿਹਨੇ 90,000 ਦੁਸ਼ਮਣਾਂ ਦੇ ਗੋਡੇ ਟੇਕਾ ਦਿੱਤੇ ਹੋਣ, ਉਹਨਾਂ ਦੇ ਹੱਥ ਖੜੇ ਕਰਾ ਦਿੱਤੇ ਹੋਣ, ਤੇ ਉਹਨੂੰ ਕੌਣ ਹਰਾ ਸਕਦਾ ਹੈ? ਇਸ ਲਈ ਇਹ ਅੱਜ ਵੀ ਸਾਰਾ ਦਿਨ ਇਸੇ ਤਰ੍ਹਾਂ ਹੀ ਗੋਲਾਬਾਰੀ ਹੁੰਦੀ ਰਹਿਣੀ ਹੈ। ਬੂੰਗੇ ਜਿਹੜੇ ਨੇ, ਰਾਮਗੜੀਆਂ ਬੂੰਗਾ ਹੈ ਦੂਸਰਾ, ਇਹ ਬੂੰਗੇ ਵੀ ਜਿਹੜੇ ਆ ਉਡਾ ਦਿੱਤੇ। ਜਿੱਥੇ ਜਿੱਥੇ ਸਿੰਘਾਂ ਨੇ ਪਹਿਰੇ ਲਾਏ ਹੋਏ ਆ, ਉਹ ਮੋਰਚੇ ਵੀ ਇਹਨਾਂ ਨੇ ਜਿਹੜੇ ਖਤਮ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ। ਹਾਰ, ਕਿਉਂਕਿ ਉੱਪਰ ਹੈਲੀਕਾਪਟਰ ਵੀ ਘੁੰਮ ਰਹੇ ਆ, ਨਜ਼ਰ ਰੱਖੀ ਜਾ ਰਹੀ ਹੈ ਵੀ ਸਾਨੂੰ ਪਤਾ ਲੱਗ ਜਾਏ ਕਿ ਇਹ ਮੋਰਚੇ ਕਿਸ ਢੰਗ ਨਾਲ ਅੰਦਰ ਲਾਏ ਗਏ ਆ। ਹੈਲੀਕਾਪਟਰ ਵੀ ਘੁੰਮ ਰਿਹਾ ਹੈ। ਹਾਲਾਤ ਜਿਹੜੇ ਆ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਆ। ਅਸੀਂ ਉਹ ਹਰ ਸਾਲ ਇਹਨਾਂ ਦਿਨਾਂ ਵਿੱਚ ਚੇਤੇ ਕਰਦੇ, ਕਿਉਂਕਿ ਜੋ ਘੱਲੂਘਾਰੇ ਵਰਤੇ ਆ, ਜੋ ਸ਼ਹਾਦਤਾਂ ਹੋਈਆਂ, ਗੁਰੂ ਕਾ ਸਿੱਖ ਹਰ ਸਾਲ ਉਹਨਾਂ ਤਰੀਕਾਂ ਵਿੱਚ ਯਾਦ ਕਰਦਾ ਹੈ। ਸਾਨੂੰ ਪੋਹ ਦਾ ਉਹ ਹਫ਼ਤਾ ਕਦੇ ਨਹੀਂ ਭੁੱਲਣਾ। ਸਾਨੂੰ 1 ਜੂਨ ਤੋਂ 6 ਜੂਨ ਤੱਕ ਦਾ ਸਮਾਂ ਕਦੇ ਨਹੀਂ ਭੁੱਲਣਾ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਜਿਹੜਾ ਇਹਨਾਂ ਦੀ ਸੋਚ ਵਿੱਚ ਤਬਾਹੀ ਵਾਲਾ ਸੀ, ਉਹ ਕਦੇ ਨਹੀਂ ਸਾਨੂੰ ਭੁੱਲਣਾ। ਕਿਉਂ? ਕਿਉਂਕਿ ਉਹਦੇ ਵਿੱਚ ਸਾਡਾ ਕਸੂਰ ਕੋਈ ਨਹੀਂ ਹੈ। ਬਸ ਇਹ ਹਉਮੈ ਨਾਲ, ਹੰਕਾਰ ਦੇ ਨਾਲ ਭਰੇ ਹੋਏ, ਆਪਣੇ ਹੰਕਾਰ ਥੱਲੇ ਦਬਾਉਣਾ ਚਾਹੁੰਦੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਪਰ ਡਟੇ ਹੋਏ ਆ ਗੁਰੂ ਕੇ ਪਿਆਰੇ। ਸ਼ਹਾਦਤਾਂ ਵੀ ਹੋਈਆਂ ਨੇ ਪਰਿਕਰਮਾਂ ਦੇ ਵਿੱਚ। ਗੁਰੂ ਕੀਆਂ ਸੰਗਤਾਂ ਦੇ ਸਰੀਰ ਵੀ ਲਹੂ ਲੋਹਾਨ ਹੋਏ ਪਏ ਨੇ, ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇ। ਉਹਨਾਂ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜਾ ਉਹ ਨਹੀਂ ਬਖਸ਼ਿਆ ਜਾਏਗਾ। ਇੱਥੋਂ ਤੱਕ ਹਾਲਾਤ ਆ 5-6 ਤਰੀਕ ਤੱਕ ਦੇ ਬਣਨੇ ਆ ਵੀ ਜੇ ਕਿਸੇ ਮਾਂ ਦੇ ਸੀਨੇ ਵਿੱਚ ਗੋਲੀ ਲੱਗੀ ਹੈ ਨਾ, ਤਾਂ ਉਹਦੀ ਗੋਦ ਵਿੱਚ ਛੋਟਾ ਜਿਹਾ ਬੱਚਾ, ਹੁਣ ਬੱਚਾ ਆਪਣੇ ਆਪ ਤੇ ਤੁਰ ਨਹੀਂ ਸਕਦਾ, ਰਿੜਨ ਵਾਲਾ, ਉਹ ਕੀ ਕਰੇ? ਹੁਣ ਉਹ ਮਾਂ ਦੇ ਸੀਨੇ ਦੇ ਨਾਲ ਲੱਗ ਕੇ ਉੱਚੀ ਉੱਚੀ ਰੋਂਦਾ ਪਿਆ। ਮਾਂ ਦੇ ਸੀਨੇ 'ਚ ਗੋਲੀ ਲੱਗੀ ਆ, ਲਹੂ ਲੋਹਾਨ ਪਈ ਹੈ ਮਾਂ, ਤੇ ਬੱਚਾ ਹੁਣ ਮਾਂ ਦੀ ਸੀਨੇ ਲੱਗ ਕੇ ਰੋ ਰਿਹਾ। ਤੇ ਜਦੋਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਵੇਸ਼ ਕਰਨਗੇ ਪਰਿਕਰਮਾ ਵਿੱਚ ਫੌਜੀ ਦਸਤੇ, ਤੇ ਇਹ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣਦੇ ਆ, ਇਹ ਕਹਿੰਦੇ ਨੇ ਇਹਦਾ ਰੋਣਾ ਬੰਦ ਕਰੋ, ਇਹਦੀ ਆਵਾਜ਼ ਬੰਦ ਕਰੋ। ਕਿਵੇਂ ਕੀਤੀ? ਉਹ ਬੱਚੇ ਦੀ ਲੱਤ ਪਕੜ ਕੇ ਕੰਧ ਵਿੱਚ ਪਟਕਾ ਕੇ ਮਾਰਿਆ, ਉਹਦੀ ਆਵਾਜ਼ ਬੰਦ ਕਰ ਦਿੱਤੀ। ਹੁਣ ਜੇ ਦੇਖਿਆ ਜਾਏ ਵੀ ਉਸ ਛੋਟੇ ਜਿਹੇ ਬੱਚੇ ਨੇ ਕਿਹੜਾ ਗੁਨਾਹ ਕਰ ਦਿੱਤਾ? ਇੱਕ ਛੋਟਾ ਜਿਹਾ ਬੱਚਾ, ਦੁੱਧ ਪੀਂਦਾ ਬੱਚਾ, ਜਿਹਨੂੰ ਆਪਣੇ ਮਾਂ ਦੇ ਤੋਂ ਬਿਨਾਂ ਪਤਾ ਹੀ ਕੁਛ ਨਹੀਂ ਹੈ ਵੀ ਦੁਨੀਆ ਵਿੱਚ ਕੀ ਹੈ ਕੀ ਨਹੀਂ ਹੈ, ਉਹ ਛੋਟੇ ਜਿਹੇ ਬੱਚੇ ਦਾ ਕੀ ਕਸੂਰ ਹੈ? ਅੱਜ ਵੀ ਇਹ ਸਵਾਲ ਉਹੀ ਨੇ ਵੀ ਚਲੋ ਠੀਕ ਹੈ, ਇੱਕ ਨੂੰ ਨਿਸ਼ਾਨਾ ਤੁਸੀਂ ਬਣਾ ਕੇ ਆਏ ਹੋ, ਪਰ ਉਸ ਛੋਟੇ ਛੋਟੇ ਬੱਚਿਆਂ ਦੇ ਕੀ ਉਹਨਾਂ ਨੇ ਗੁਨਾਹ ਕੀਤੇ ਆ, ਜਿਨ੍ਹਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਜਿਹੜੀਆਂ ਸਜ਼ਾਵਾਂ ਦਿੱਤੀਆਂ, ਮੌਤ ਦੇ ਘਾਟ ਉਤਾਰਿਆ, ਉਹਨਾਂ ਨੂੰ ਸ਼ਹੀਦ ਕੀਤਾ। ਉਹਨਾਂ ਬੱਚਿਆਂ ਨੂੰ ਤੇ ਸੱਚ ਝੂਠ ਦਾ ਪਤਾ ਹੀ ਕੋਈ ਨਹੀਂ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਮਜ਼ਹਬ ਹੈ, ਕਿਹੜਾ ਧਰਮ ਹੈ, ਕਿਹੜੀ ਗੱਲ ਹੈ, ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਪਰ ਸਿਰਫ ਉਹਨਾਂ ਦੀ ਆਵਾਜ਼ ਬੰਦ ਕਰ ਦੇਣ ਲਈ ਉਹਨਾਂ ਨੂੰ ਕੰਧ ਵਿੱਚ ਪਟਕਾ ਕੇ ਮਾਰਿਆ। ਕਈਆਂ ਦੇ ਤਾਂ ਗੋਲੀਆਂ ਵੀ ਦਾਗ ਦਿੱਤੀਆਂ। ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ। ਗੱਲ ਸੀ ਵੀ ਇੱਕ ਉਹ ਹਉਮੈ ਨਾਲ ਭਰੇ ਹੋਏ ਆ ਜਿਨ੍ਹਾਂ ਦੇ ਨੇੜੇ ਹੋ ਕੇ ਵੀ ਰੱਬ ਦੂਰ ਹੈ, ਇੱਕ ਉਹ ਪਿਆਰ ਨਾਲ ਭਰੇ ਆ ਜਿਹੜੇ ਹਰ ਪਲ ਪਰਮੇਸ਼ਵਰ ਨੂੰ ਆਪਣੇ ਨੇੜੇ ਮਹਿਸੂਸ ਕਰ ਰਹੇ ਆ, ਹਰ ਪਲ ਮਹਿਸੂਸ ਕਰ ਰਹੇ ਆ ਕਿ ਤੂੰ ਹੈ, ਤੇਰੇ ਤੋਂ ਬਿਨਾਂ ਹੈ ਮੇਰੇ ਮਾਲਕਾ ਅਸੀਂ ਕੁਛ ਵੀ ਨਹੀਂ ਆ। ਸਾਡੇ 'ਚ ਕੋਈ ਬਲ ਨਹੀਂ, ਕੋਈ ਜ਼ੋਰ ਨਹੀਂ, ਕੋਈ ਤਾਕਤ ਨਹੀਂ, ਇਹ ਸਭ ਬਲ ਤੁਹਾਡਾ। ਇਹਨਾਂ ਹੰਕਾਰੀਆਂ ਅੱਗੇ ਡਟ ਕੇ ਕਿਵੇਂ ਖਲੋਣਾ, ਇਹ ਬਲ ਵੀ ਤੁਸੀਂ ਦੇਣਾ। ਜੇ ਭਾਈ ਤਾਰੂ ਸਿੰਘ ਖੋਪਰ ਲਵਾਉਂਦਾ ਤੇ ਜੇ ਕਰਤਾ ਪੁਰਖ ਵਿੱਚ ਵਰਤ ਰਿਹਾ ਤਾਂ ਹੀ ਖੋਪਰ ਲੈ ਗਿਆ, ਨਹੀਂ ਤੇ ਆਮ ਕਹਿ ਕੇ ਵਿਖਾਓ। ਮਾੜਾ ਜਿਹਾ ਉਂਗਲ ਦਾ ਪੋਟਾ ਵੀ ਲਵਾਉਣਾ ਹੋਵੇ ਨਾ ਤਾਂ ਕਈ ਦੇਖੀਦੇ ਆ
ਇੰਜੈਕਸ਼ਨ ਲਾਉਣਾ ਹੋਵੇ ਤੇ ਕਿਦਾਂ ਭੱਜਦੇ ਆ, ਬਾਹਾਂ ਛਡਾ ਕੇ ਚੀਕਾਂ ਮਾਰਦੇ ਆ, ਉੱਚੀ ਉੱਚੀ ਰੋਣ ਲੱਗ ਜਾਂਦੇ ਆ। ਹਾਲਾਂਕਿ ਨਿੱਕੀ ਜਿਹੀ ਮਾੜੀ ਜੀ ਸੂਈ ਲੱਗਣੀ ਹੈ। ਮਾੜੀ ਜਿਹੀ ਸੂਈ ਨੂੰ ਦੇਖ ਕੇ ਘਬਰਾ ਜਾਂਦੇ ਨੇ, ਕਈ ਭੱਜ ਲੈਂਦੇ ਆ, ਰੋਣ ਲੱਗ ਜਾਂਦੇ ਆ। ਪਰ ਇੱਥੇ ਤਾਂ ਪੂਰੇ ਦਾ ਪੂਰਾ ਖੋਪਰ ਲੈ ਗਿਆ। ਉਹ ਬਲ, ਉਹ ਤਾਕਤ ਕਿੱਥੋਂ ਆਈ? ਖੋਪਰ ਲੈ ਗਿਆ। ਇੰਨੀ ਜਦੋਂ ਰੰਬੀ ਮੱਥੇ ਤੇ ਜ਼ੋਰ ਦੀ ਵੱਜਦੀ ਹੈ, ਇੱਕ ਵਾਰੀ ਨਹੀਂ ਵੱਜਦੀ, ਚਾਰੇ ਪਾਸੇ ਰੰਬੀ ਵੱਜਦੀ ਹੈ। ਉਹ ਜਿਹੜੀ ਤਾਕਤ, ਉਹ ਤਾਕਤ ਕਿਹੜੀ ਕੰਮ ਕਰ ਰਹੀ ਹੈ? ਉਹ ਪਰਮੇਸ਼ਵਰ ਦੀ ਹੀ ਕੰਮ ਕਰ ਰਹੀ ਹੈ। ਬੰਦ ਬੰਦ ਕੱਟਿਆ ਜਾਣਾ, ਕਿੰਨੇ ਜੋੜ ਨੇ ਸਰੀਰ ਦੇ ਹਿਸਾਬ ਲਾ ਲਓ, ਤੇ ਹਰ ਇੱਕ ਜੋੜ ਤੋਂ ਕੱਟਣਾ, ਤੇ ਹਰ ਇੱਕ ਜੋੜ ਤੋਂ ਜਦੋਂ ਕੱਟਿਆ ਜਾ ਰਿਹਾ ਤੇ ਸੀ ਦੀ ਆਵਾਜ਼ ਵੀ ਨਹੀਂ, ਹੱਥ ਵੀ ਨਹੀਂ ਕੰਬ ਰਿਹਾ, ਪੈਰ ਵੀ ਨਹੀਂ ਕੰਬ ਰਹੇ। ਕਾਰਨ ਕੀ ਹੈ? ਕਿ ਉਹ ਆਪ ਵਿੱਚ ਵਰਤ ਰਿਹਾ ਹੈ। ਤੇ ਜੇ ਉਹ ਆਪ ਵਿੱਚ ਨਾ ਵਰਤਦਾ, ਆਪਣੇ ਤੇ ਮਾਣ ਹੁੰਦਾ ਵੀ ਮੈਂ ਇਸ ਤਰ੍ਹਾਂ ਤਾਕਤ ਵਾਲਾ ਹਾਂ, ਤੇ ਫਿਰ ਮਾੜਾ ਜਿਹਾ ਪੋਟਾ ਲਵਾਉਣਾ ਵੀ ਉਂਗਲ ਦਾ ਔਖਾ ਹੋ ਜਾਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਨ੍ਹਾਂ ਨੇ ਗੁਰੂ ਦੇ ਚਰਨ ਆਪਣੇ ਮਨ ਦੇ ਵਿੱਚ ਵਸਾਏ ਨੇ, ਉਹਨਾਂ ਦੇ ਅੰਦਰ ਸਮਾਧੀ ਲੱਗੀ ਹੈ। ਜਿਨ੍ਹਾਂ ਦੇ ਅੰਦਰ ਲਿਵ ਲੱਗ ਗਈ, ਸਮਾਧੀ ਲੱਗ ਗਈ, ਉਹਨਾਂ ਨੇ ਰਸ ਪਾਇਆ, ਉਸ ਰਸ ਨੂੰ ਮਾਣਦੇ ਆ। ਤੇ ਜਿਨ੍ਹਾਂ ਨੇ ਰਸ ਮਾਣਿਆ, ਉਹ ਕਹਿ ਰਹੇ ਨੇ ਉਹ ਅਗਮ ਅਗੋਚਰ ਸਾਹਿਬ ਮੇਰਾ। ਮੇਰਾ ਸਾਹਿਬ ਅਗੰਮ, ਅਗਾਂਹ ਤੋਂ ਅਗਾਂਹ, ਗਿਆਨ ਇੰਦਰੀਆਂ ਤੋਂ ਪਰੇ ਹੈ। ਘਟ ਘਟ ਅੰਤਰ ਵਰਤੈ ਨੇਰਾ। ਉਹ ਸਾਰਿਆਂ ਦੇ ਅੰਦਰ ਨੇੜੇ ਹੋ ਕੇ ਵਰਤ ਰਿਹਾ ਹੈ। ਸਦਾ ਅਲੇਪਤ, ਉਹ ਸਦਾ ਸਾਰਿਆਂ ਦੇ ਨੇੜੇ ਹੋ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ। ਕੋਈ ਵਿਕਾਰਾਂ ਦਾ ਲੇਪ ਉਹਦੇ ਤੇ ਨਹੀਂ ਲੱਗਦਾ। ਉਹ ਸਾਰੀਆਂ ਜੂਨਾਂ ਵਿੱਚ ਵਰਤ ਰਿਹਾ ਹੈ, ਪਰ ਸਾਰਿਆਂ ਵਿੱਚ ਵਰਤ ਕੇ ਵੀ ਅਜੂਨੀ ਹੈ। ਸਾਰੀਆਂ ਦੀਆਂ ਸਾਰੀਆਂ ਸ਼ਕਲਾਂ, ਸੂਰਤਾਂ, ਮੂਰਤਾਂ ਉਹਦੀਆਂ ਹੀ ਬਣਾਈਆਂ ਹੋਈਆਂ ਨੇ, ਪਰ ਉਹ ਆਪ ਅਕਾਲ ਮੂਰਤ ਦੇ ਰੂਪ ਵਿੱਚ ਹੈ। ਉਹ ਨਹੀਂ ਮੈਲਾ ਹੁੰਦਾ। ਇਹ ਵੀ ਆਪ ਜੀ ਨੂੰ ਪਤਾ ਹੈ ਕਿ ਦਿਮਾਗ ਵਿੱਚ ਗੰਦਗੀ ਹੈ, ਮੈਲ ਹੈ। ਜਿਹੜੀ ਜੀਵ ਆਤਮਾ ਹੈ ਉਹ ਮੈਲੀ ਨਹੀਂ ਹੁੰਦੀ। ਜੀਵ ਆਤਮਾ ਮੈਂ ਉਹ ਤਾਂ ਵਿਛੜੀ ਹੋਈ ਹੈ, ਉਹ ਵਿਛੜਨ ਦਾ ਦੁੱਖ ਭੋਗ ਰਹੀ ਹੈ। ਇਹ ਜਿੰਨੀਆਂ ਬਿਮਾਰੀਆਂ, ਰੋਗ, ਇਹ ਕੋੜ ਦੀ ਬਿਮਾਰੀ, ਕੈਂਸਰ ਦੀ ਬਿਮਾਰੀ, ਇਹ ਸਾਰੀ ਸਾਡੇ ਮਾਨਸਿਕ ਮੰਡਲ ਵਿੱਚ ਹੀ ਨੇ। ਮਨ ਮਲੀਨ ਹੋਇਆ ਪਿਆ, ਬੁੱਧੀ ਭ੍ਰਿਸ਼ਟ ਹੋਈ ਪਈ ਹੈ। ਜੀਵ ਆਤਮਾ ਤਾਂ ਉਹ ਅੰਦਰੋਂ ਦੀ ਸਾਫ਼ ਸੁਥਰੀ ਹੈ, ਕੋਈ ਉਹਦੇ ਤੇ ਲੇਪ ਨਹੀਂ ਹੈ। ਹਾਂ, ਉਹ ਤਾਂ ਵਿਛੜੀ ਹੋਈ ਹੈ। ਉਹ ਵਿਛੜੀ ਕਿਉਂ ਹੈ? ਉਹ ਵੀ ਮਨ ਦੇ ਕਰਕੇ। ਹੁਣ ਇਸ ਲਈ ਪਰਮੇਸ਼ਵਰ ਤੱਕ ਜਿਨ੍ਹਾਂ ਦੀ ਪਹੁੰਚ ਬਣੀ, ਉਹਨਾਂ ਆਖਿਆ ਉਹ ਨਿਰਲੇਪ ਹੈ, ਜੀਆਂ ਕਾ ਦਾਤਾ। ਉਹ ਸਾਰੇ ਜੀਆਂ ਦਾ ਦਾਤਾ ਵੀ ਹੈ, ਪਰ ਕੋ ਵਿਰਲਾ ਆਪ ਪਛਾਣੈ ਜੀਓ। ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਆਪੇ ਨੂੰ ਪਛਾਣਦਾ ਹੈ, ਕਿਉਂਕਿ ਆਪਣੇ ਆਪ ਨੂੰ ਪਛਾਣਨਾ ਹੀ ਪਰਮੇਸ਼ਵਰ ਨੂੰ ਮਿਲਣਾ ਹੈ। ਜਿੰਨਾ ਚਿਰ ਆਪ ਨਹੀਂ ਨਾ ਆਪਣਾ ਆਪਾ ਪਛਾਣ ਸਕਦੇ, ਉਹਨਾਂ ਚਿਰ ਪਰਮੇਸ਼ਰ ਨਹੀਂ ਜੇ ਮਿਲਣਾ। ਜਦ ਆਪ ਹੁਣ ਦੇਖੋ ਫਿਟਿੰਗ ਹੋ ਗਈ ਆ, ਜਦੋਂ ਕਨੈਕਸ਼ਨ ਜੁੜਨਾ ਹੈ, ਪ੍ਰਕਾਸ਼ ਉਦੋਂ ਹੀ ਹੋਣਾ ਹੈ। ਲਾਈਟ ਤਾਂ ਤਾਰਾਂ ਵਿੱਚੋਂ ਹੀ ਆਉਣੀ ਆ ਨਾ, ਕਰੰਟ ਤਾਂ ਵਿੱਚੋਂ ਹੀ ਆਉਣਾ, ਬਾਹਰੋਂ ਥੋੜੀ ਆਉਣਾ। ਖੇਡ ਅੰਦਰੋਂ ਹੀ ਸਾਰੀ ਬਣਨੀ ਹੈ। ਪਰ ਕਹਿੰਦੇ ਨੇ ਉਹਨਾਂ ਦੇ ਅੰਦਰ ਇਹ ਖੇਡ ਬਣਨੀ ਹੈ ਜਿਨ੍ਹਾਂ ਨੇ ਆਪ ਪਛਾਣਿਆ, ਜਿਹਨੇ ਆਪਣੇ ਆਪੇ ਨੂੰ ਪਛਾਣਿਆ। ਤੇ ਬਾਬਾ ਫਰੀਦ ਸਾਹਿਬ ਵੀ ਤਾਂ ਹੋਕਾ ਦੇ ਦੇ ਕੇ ਕਹਿੰਦੇ ਕਿ ਤੂੰ ਆਪਣਾ ਆਪਾ ਸਵਾਰ, ਤੂੰ ਰੱਬ ਨੂੰ ਮਿਲਣ ਦੀ ਇਹ ਸੋਚ ਛੱਡ ਦੇ ਕਿ ਮੈਂ ਰੱਬ ਨੂੰ ਮਿਲਣਾ, ਮੈਂ ਪਰਮੇਸ਼ਵਰ ਨੂੰ ਪਾਉਣਾ। ਤੂੰ ਇਹ ਸੋਚ ਛੱਡ ਕੇ ਆਪਣਾ ਆਪਾ ਸਵਾਰਨ ਦੀ ਕੋਸ਼ਿਸ਼ ਕਰ ਕਿ ਮੈਂ ਆਪਣਾ ਆਪਾ ਕਿਵੇਂ ਸਵਾਰਨਾ ਹੈ। ਮੈਂ ਆਪਣੇ ਆਪ ਨੂੰ ਪਛਾਣਾ ਪਹਿਲਾਂ ਵੀ ਮੈਂ ਕੌਣ ਹਾਂ। ਜਦੋਂ ਆਪਣੇ ਆਪ ਨੂੰ ਪਛਾਣ ਲਿਆ, ਉਹ ਆਪੇ ਹੀ ਮਿਲ ਜਾਣਾ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਪਰ ਇਹ ਤਾਂ ਹੀ ਹੋਏਗਾ ਜੇ ਪਹਿਲਾਂ ਆਪ ਸਵਾਰੈ, ਪਹਿਲਾਂ ਆਪਣਾ ਭਾਂਡਾ ਸਵਾਰਨਾ ਪੈਣਾ।
ਪਰ ਉਹ ਵਿਰਲੇ ਵਿਰਲੇ ਨੇ। ਗੁਰੂ ਸਾਹਿਬ ਜੀ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਆਪ ਨੂੰ ਪਛਾਣਦਾ ਹੈ। ਕੋ ਵਿਰਲਾ ਆਪ ਪਛਾਣੈ ਜੀਓ। ਤੇ ਜਿਹਨੇ ਆਪਣਾ ਆਪ ਪਛਾਣ ਲਿਆ ਗੁਰੂ ਦੇ ਸ਼ਬਦ ਰਾਹੀਂ, ਉਹਨੂੰ ਸਮਝ ਆ ਗਈ ਘਟ ਘਟ ਅੰਤਰ ਵਰਤੈ ਨੀਰਾ। ਉਹਨੂੰ ਸਮਝ ਆ ਗਈ ਸਦਾ ਅਲੇਪਤ ਜੀਆਂ ਕਾ ਦਾਤਾ। ਉਹ ਜਿਹੜਾ ਜੀਆਂ ਦਾ ਦਾਤਾ ਹੈ, ਸਾਰਿਆਂ ਵਿੱਚ ਵਰਤ ਕੇ ਵੀ ਨਿਰਲੇਪ ਰਹਿੰਦਾ ਹੈ। ਪ੍ਰਭ ਮਿਲਣੈ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੈ ਪਾਣੈ ਜਿਉ। ਮਹਾਰਾਜ ਨੇ ਆਖਿਆ ਬਸ ਆਹ ਨਿਸ਼ਾਨੀ ਹੈ ਪ੍ਰਭੂ ਨੂੰ ਮਿਲਣ ਦੀ। ਦੁਨੀਆ ਨੇ ਨਿਸ਼ਾਨੀਆਂ ਬਹੁਤ ਦੱਸੀਆਂ ਨੇ, ਦੁਨੀਆ ਨੇ ਗੁੰਮਰਾਹ ਵੀ ਬਹੁਤ ਕੀਤਾ ਹੈ। ਜਿੰਨਾ ਦੁਨੀਆ ਨੇ ਸਾਨੂੰ ਪ੍ਰਭੂ ਦੇ ਮਿਲਣ ਦੀ ਨਿਸ਼ਾਨੀ ਦੱਸ ਕੇ ਗੁੰਮਰਾਹ ਕੀਤਾ ਨਾ, ਉਨੇ ਕਰਮ ਕਾਂਡ ਵੀ ਸਾਡੇ ਕੋਲੋਂ ਬੜੇ ਲੋਕਾਂ ਨੇ ਕਰਵਾਏ ਆ, ਔਰ ਅਸੀਂ ਕਰ ਵੀ ਰਹੇ ਹਾਂ। ਕਿਉਂਕਿ ਜਿਨ੍ਹਾਂ ਦੇ ਹੱਥਾਂ ਤੋਂ ਅਸੀਂ ਗੁੰਮਰਾਹ ਹੋਏ ਹਾਂ, ਉਹ ਜੋ ਮਰਜ਼ੀ ਸਾਡੇ ਤੋਂ ਕਰਾਈ ਜਾਏ, ਅਸੀਂ ਕਰਨ ਨੂੰ ਤਿਆਰ ਹਾਂ। ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਜਿਹੜੀ ਆ ਨਾ, ਉਹ ਬਾਹਰ ਦੇ ਕਰਮ ਕਾਂਡ ਕਰਕੇ ਨਹੀਂ ਪਤਾ ਲੱਗੇਗੀ। ਸਾਹਿਬ ਜੀ ਕਹਿੰਦੇ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਮਨ ਇੱਕੋ। ਮਨ ਦੇ ਨੰਨੇ ਨੂੰ ਸਿਆਰੀ, ਮਨ ਵਿੱਚ ਇੱਕੋ ਵਸਣਾ ਚਾਹੀਦਾ ਤੁਹਾਡੇ। ਤੇ ਸਾਡੇ 7 ਵਾਰ ਨੇ, ਤੇ 7 ਦੇ 7 ਵਾਰਾਂ 'ਚ 7 ਵਸੇ ਹੋਏ ਨੇ। 15 ਥਿੱਤਾਂ ਨੇ, ਤੇ 15 ਥਿੱਤਾਂ ਵਿੱਚ 15 ਵਸੇ ਹੋਏ ਨੇ। ਜੇ 12 ਮਹੀਨੇ, ਤੇ ਮਹੀਨਿਆਂ ਵਿੱਚ ਇੱਕ ਮਹੀਨੇ 'ਚ 30 ਦਿਨ, 31 ਦਿਨ, ਤੇ 30 ਦੇ 30 ਦਿਨਾਂ 'ਚ ਪਤਾ ਨਹੀਂ ਕਿਹੜਾ ਕਿਹੜਾ ਵਸਿਆ ਪਿਆ। ਅੱਜ ਹੋਰ, ਕੱਲ ਹੋਰ, ਸਵੇਰੇ ਹੋਰ, ਸ਼ਾਮੀ ਹੋਰ। ਜਿੱਧਰ ਕੋਈ ਤੋਰ ਦੇਵੇ ਉੱਧਰ ਹੀ ਤੁਰ ਜਾਣਾ, ਜਿੱਧਰ ਕੋਈ ਸਿਆਣੇ ਦੀ ਦੱਸ ਪਾ ਦੇਵੇ ਉੱਧਰ ਹੀ ਤੁਰ ਪੈਣਾ। ਰੋਜ਼ ਦਿਹਾੜੀ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ। ਪਰ ਮਹਾਰਾਜ ਕਹਿੰਦੇ ਨਹੀਂ, ਜੇ ਪ੍ਰਭੂ ਨੂੰ ਮਿਲਣਾ ਤੇ ਆਹ ਨਿਸ਼ਾਨੀ ਹੈ ਕਿ ਮਨ ਇੱਕੋ। ਤੇਰੇ ਮਨ ਵਿੱਚ ਇੱਕ ਹੀ ਹੋਣਾ ਚਾਹੀਦਾ ਹੈ, ਇੱਕੋ ਹੀ ਭਾਵਨਾ ਹੋਣੀ ਚਾਹੀਦੀ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਸੱਚਾ ਹੁਕਮ ਪਛਾਣੀ ਜੀਓ। ਜਿਹੜੇ ਵਾਹਿਗੁਰੂ ਜੀ ਦੇ ਹੁਕਮ ਨੂੰ ਪਛਾਣ ਲੈਣ, ਜਿਹੜੇ ਉਹਦੇ ਹੁਕਮ ਨੂੰ ਪਛਾਣ ਕੇ ਇੱਕ ਨੂੰ ਧਿਆ ਕੇ ਮਨ ਵਿੱਚ ਤੁਰ ਪੈਣ, ਤਾਂ ਪ੍ਰਭੂ ਨੂੰ ਮਿਲਣ ਦੀ ਇਹ ਨਿਸ਼ਾਨੀ ਪਤਾ ਲੱਗੇਗੀ। ਭਾਵ ਇਸ ਤਰ੍ਹਾਂ ਪ੍ਰਭੂ ਨੂੰ ਮਿਲਿਆ ਜਾਣਾ, ਉਹਦੇ ਹੁਕਮ ਨੂੰ ਪਛਾਣੋ, ਉਹਦੇ ਹੁਕਮ ਨੂੰ ਸਮਝਣ ਦਾ ਯਤਨ ਕਰੋ। ਅਸੀਂ ਰੋਜ਼ ਹੁਕਮ ਸੁਣ ਰਹੇ ਹਾਂ, ਬੋਰਡ ਤੇ ਪੜ੍ਹ ਰਹੇ ਹਾਂ, ਪਰ ਉਹਨੂੰ ਸਮਝ ਕੌਣ ਕੌਣ ਰਿਹਾ? ਹਜ਼ਾਰਾਂ ਲੱਖਾਂ ਪ੍ਰਾਣੀ ਰੋਜ਼ ਹੁਕਮ ਪੜ੍ਹ ਵੀ ਰਹੇ ਆ, ਸੁਣ ਵੀ ਰਹੇ ਆ, ਪਰ ਉਹਦੇ ਤੇ ਅਮਲ ਕੌਣ ਕੌਣ ਕਰ ਰਿਹਾ? ਵਿਰਲੇ ਵਿਰਲੇ ਨੇ ਜਿਹੜੇ ਹੁਕਮ ਨੂੰ ਸਮਝ ਕੇ, ਪਛਾਣ ਦਾ ਮਤਲਬ ਸਮਝ ਕੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਵੀ ਅੱਜ ਆਹ ਹੁਕਮ ਹੈ ਤੇ ਮੈਂ ਸਾਰਾ ਦਿਨ ਇਹਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਯਤਨ ਕਰਨਾ ਹੈ। ਅੱਜ ਇਸ ਹੁਕਮ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਸਭ ਕਹਿੰਦੇ ਮਨ ਵਿੱਚ ਇੱਕ ਵਸ ਜਾਏ ਤੇ ਉਹਦਾ ਸੱਚਾ ਹੁਕਮ ਪਛਾਣ ਵਿੱਚ ਆ ਜਾਏ, ਫਿਰ ਸਹਿਜ ਸੰਤੋਖ ਸਦਾ ਤ੍ਰਿਪਤਾਸੇ। ਇਸ ਤਰ੍ਹਾਂ ਪ੍ਰਭੂ ਨੂੰ ਮਿਲਿਆ ਜਾਣਾ ਕਿ ਮਨ ਵਿੱਚ ਇੱਕ ਨੂੰ ਵਸਾ ਕੇ ਉਹਦੇ ਹੁਕਮ ਨੂੰ ਸਮਝ ਲਓ। ਜਦੋਂ ਸਮਝ ਲਓਗੇ, ਸਹਿਜ ਅੰਦਰ ਆਏਗਾ, ਅਡੋਲਤਾ, ਸੰਤੋਖ, ਸਬਰ ਅੰਦਰ ਆਏਗਾ। ਫਿਰ ਤੁਸੀਂ ਸਦਾ ਲਈ ਤ੍ਰਿਪਤ ਹੋ ਜਾਓਗੇ। ਤੁਹਾਡੀ ਤ੍ਰਿਸ਼ਨਾ ਅੰਦਰੋਂ ਮੁੱਕ ਜਾਏਗੀ। ਤੁਹਾਡਾ ਮਨ ਭਟਕਣਾ ਖਤਮ ਕਰ ਦੇਗਾ। ਤੁਹਾਡਾ ਮਨ ਚੰਚਲਤਾਈ ਛੱਡ ਜਾਏਗਾ। ਤੁਹਾਡਾ ਮਨ ਟਿਕ ਜਾਏਗਾ, ਕਿਉਂਕਿ ਤ੍ਰਿਪਤਾਸੇ ਮੈਨੇ ਉਹ ਰੱਜ ਗਏ, ਤ੍ਰਿਪਤ ਹੋ ਗਏ, ਜਿਨ੍ਹਾਂ ਨੇ ਮਨ ਵਿੱਚ ਇੱਕ ਦਾ ਹੁਕਮ ਪਛਾਣ ਕੇ ਉਸ ਮੁਤਾਬਕ ਚੱਲਣਾ ਕੀਤਾ। ਉਹ ਸਹਿਜ ਵਿੱਚ ਆ ਗਏ, ਸੰਤੋਖ ਵਿੱਚ ਆ ਗਏ, ਸਦਾ ਲਈ ਤ੍ਰਿਪਤ ਹੋ ਗਏ। ਤੇ ਜਿਹੜੇ ਸਦਾ ਲਈ ਤ੍ਰਿਪਤ ਹੋਏ, ਆਨੰਦ ਖਸਮ ਕਹਿ ਭਾਣੈ ਜੀਓ, ਉਹ ਫਿਰ ਖਸਮ ਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ
ਰਾਜ਼ੀ ਹੋ ਕੇ ਸਦਾ ਆਨੰਦ ਵਿੱਚ ਰਹਿੰਦੇ ਨੇ। ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਆਪਾਂ ਤੇ ਪੜ੍ਹਦੇ ਆ ਨਾ, ਉਹ ਕਮਾ ਕੇ ਉਹਦਾ ਆਨੰਦ ਮਾਣ ਕੇ ਕਹਿੰਦੇ ਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਕਮਾਲ ਦੀ ਗੱਲ ਹੈ। ਇੰਨੇ ਤਸੀਹੇ ਦੇ ਦੇ ਕੇ ਜ਼ੁਲਮ ਕਰਨ ਵਾਲੇ ਜ਼ਾਲਮ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਤਸੀਹੇ ਸਹਿਣ ਵਾਲੇ ਨੇ ਅੱਗੋਂ ਮੁਸਕਰਾ ਕੇ ਤਸੀਹਾ ਸਹਿ ਲਿਆ। ਅੱਗੋਂ ਹੱਸ ਕੇ ਚਿਹਰੇ ਦੀ ਮੁਸਕਰਾਹਟ ਉਦਾਂ ਹੀ ਬਣੀ ਰਹੀ, ਕਿਉਂਕਿ ਅੰਦਰ ਆਨੰਦ ਬਣਿਆ ਹੋਇਆ ਸੀ। ਅੰਦਰ ਉਸ ਆਨੰਦ ਦੇ ਰਸ ਨੇ ਬਾਹਰ ਦਾ ਦਿੱਤਾ ਹੋਇਆ ਤਸੀਹਾ ਮਹਿਸੂਸ ਹੀ ਨਹੀਂ ਹੋਣ ਦਿੱਤਾ। ਉਹ ਦੁੱਖ ਦਰਦ ਪੀੜਾ ਮਹਿਸੂਸ ਹੀ ਨਹੀਂ ਹੋਣ ਦਿੱਤੀ, ਕਿਉਂਕਿ ਅੰਦਰ ਆਨੰਦ ਬਣ ਗਿਆ। ਇਸ ਲਈ ਮਹਾਰਾਜ ਕਹਿੰਦੇ ਆ ਨਿਸ਼ਾਨੀ ਹੈ, ਮਨ 'ਚ ਇੱਕ ਨੂੰ ਵਸਾ ਲਓ, ਉਹਦੇ ਹੁਕਮ ਨੂੰ ਸਮਝ ਲਓ, ਉਹਦੇ ਹੁਕਮ ਵਿੱਚ ਚੱਲੋ ਤੇ ਤੁਹਾਡੇ ਅੰਦਰ ਸਬਰ ਆਏਗਾ, ਸੰਤੋਖ ਆਏਗਾ, ਸਹਿਜ ਆਏਗਾ, ਤੁਹਾਡਾ ਮਨ ਤ੍ਰਿਪਤ ਹੋ ਜਾਏਗਾ। ਫਿਰ ਉਸ ਤ੍ਰਿਪਤ ਵਿੱਚ ਤੁਹਾਡੇ ਅੰਦਰ ਆਨੰਦ ਦੀ ਖੇਡ ਬਣੇਗੀ। ਜਦੋਂ ਆਨੰਦ ਬਣੇਗਾ ਫਿਰ ਤੁਸੀਂ ਖਸਮ ਦੇ ਭਾਣੇ ਵਿੱਚ ਚੱਲੋਗੇ, ਤੁਸੀਂ ਉਹਦੇ ਹੁਕਮ ਵਿੱਚ ਚੱਲੋਗੇ, ਉਹਦੀ ਰਜ਼ਾ ਵਿੱਚ ਰਾਜ਼ੀ ਹੋ ਕੇ ਚੱਲੋਗੇ। ਫਿਰ ਦੁੱਖ ਸੁੱਖ ਨਹੀਂ ਤੁਹਾਨੂੰ ਸਤਾਏਗਾ, ਫਿਰ ਤੁਹਾਨੂੰ ਆ ਭੁੱਖ ਤੇ ਆ ਬਾਹਰੋਂ ਜਿਹੜਾ ਵਾਧਾ ਘਾਟਾ ਇਹ ਤੁਹਾਨੂੰ ਕਦੇ ਵੀ ਸਤਾਏਗਾ ਨਹੀਂ। ਫਿਰ ਤੇ ਇੱਕੋ ਹੀ ਅਰਦਾਸ ਆਨੰਦ ਵਿੱਚ ਹੁੰਦੀ ਹੈ ਵੀ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ। ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਤੇ ਗੁਰੂ ਅਰਜਨ ਦੇਵ ਜੀ ਪ੍ਰੈਕਟੀਕਲ ਕਰਕੇ ਦੱਸ ਰਹੇ ਆ। ਇਹ ਵੀ ਨਹੀਂ ਕਿ ਕਹਿ ਦਿੱਤਾ ਤੇ ਤੁਸੀਂ ਪੜ੍ਹ ਲਓ ਤੇ ਠੀਕ ਹੈ, ਖੇਡ ਬਣਾ ਲਓ, ਨਹੀਂ। ਤੱਤੀ ਤਵੀ ਤੇ ਬੈਠ ਕੇ ਮਹਾਰਾਜ ਦੱਸਦੇ ਆ ਕਿ ਅੰਦਰ ਆਨੰਦ ਬਣਿਆ ਹੋਵੇ ਨਾ ਤੇ ਬਾਹਰ ਦੀ ਤਪਦੀ ਹੋਈ ਤਵੀ ਦਾ ਸੇਕ ਵੀ ਅੰਦਰ ਤੱਕ ਨਹੀਂ ਆ ਸਕਦਾ। ਬਾਹਰ ਦੇ ਉਬਲਦੇ ਪਾਣੀ ਦਾ ਸੇਕ ਵੀ ਅੰਦਰੋਂ ਨਹੀਂ ਉਬਾਲ ਸਕਦਾ। ਜੇ ਅੰਦਰ ਆਨੰਦ ਤੇ ਉਹਦਾ ਭਾਣਾ ਅੰਦਰ ਬਣਿਆ ਹੋਵੇ ਤਾਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਤੁਰਨ ਦੀ ਜਾਚ ਆ ਜਾਏ, ਫਿਰ ਇਹ ਔਂਕੜਾਂ ਮੁਸ਼ਕਲਾਂ ਸਾਡੇ ਰਾਹ 'ਚ ਕੁਛ ਨਹੀਂ ਵਿਗਾੜ ਸਕਦੀਆਂ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਖਸਮੈ ਕੈ ਭਾਣੇ ਜੀਓ, ਉਹ ਫਿਰ ਖਸਮ ਦੇ ਭਾਣੇ 'ਚ ਚੱਲਦਾ ਹੈ। ਫਿਰ ਜਿੰਨੀ ਮਰਜ਼ੀ ਰਾਹ 'ਚ ਔਂਕੜਾਂ ਮੁਸੀਬਤਾਂ ਆਉਣ, ਉਹ ਇੱਕੋ ਹੀ ਚੀਜ਼ ਕਹਿੰਦਾ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਨਾਮ ਹੀ ਮੰਗਦਾ ਤੁਰਿਆ ਜਾਂਦਾ ਹੈ ਤੇ ਮਾਲਕ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਕੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਚੱਲਦਾ ਹੈ। ਹੱਥੀ ਦਿੱਤੀ ਪ੍ਰਭ ਦੇਵਨ ਹਾਰੈ, ਜਨਮ ਮਰਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜਿਉ। ਹੁਣ ਜਿਹੜੀ ਇਹ ਦਾਤ ਹੈ, ਸਾਹਿਬ ਜੀ ਨੇ ਆਖਿਆ ਸਹਿਜ ਸੰਤੋਖ ਸਦਾ ਤ੍ਰਿਪਤਾਸੈ, ਆਨੰਦ ਖਸਮੈ ਕੇ ਭਾਣੇ ਜੀਓ। ਇੱਕ ਦਾਤ ਹੈ ਨਾ, ਉਹਦੀ ਬਖਸ਼ਿਸ਼ ਹੈ। ਜਿਹਨੂੰ ਮਿਲ ਗਈ ਉਹ ਆਹ ਵਾਲਾ ਜੀਵਨ ਜਿਉਂਦਾ ਹੈ। ਸਹਿਜ ਸਮਾਦ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਓ। ਇਹ ਅੰਦਰ ਦੀ ਇੱਕ ਅਵਸਥਾ ਹੈ। ਪਰ ਮਾਰੇ ਕਹਿੰਦੇ ਇਹ ਆਪਣੇ ਜ਼ੋਰ, ਆਪਣੀ ਸਿਆਣਪ, ਆਪਣੀ ਚਤੁਰਾਈ, ਆਪਣੀ ਚਲਾਕੀਆਂ, ਇਹ ਬਾਹਰ ਦੇ ਕਰਮ ਕਾਂਡ ਕਰਕੇ ਖੇਡ ਨਹੀਂ ਬਣਨੀ। ਇਹ ਦਾਤ ਦਾਤੇ ਦੇ ਹੱਥ ਵਿੱਚ ਹੈ। ਇਹ ਜਿਹਨੂੰ ਮਾਲਕ ਨੇ ਆਪਣੇ ਹੱਥੀਂ ਦਾਤ ਦਿੱਤੀ ਹੈ ਉਹ ਆਨੰਦ ਵਿੱਚ ਰਹਿੰਦਾ ਹੈ। ਜਿਹਨੂੰ ਇਹ ਦਾਤ ਤਰੁੱਠ ਕੇ ਮਾਲਕ ਨੇ ਜਿਹਨੂੰ ਦਿੱਤੀ ਹੈ ਉਹ ਸਬਰ ਤੇ ਸੰਤੋਖ ਵਿੱਚ ਰਹਿ ਕੇ ਤ੍ਰਿਪਤ ਹੁੰਦਾ ਹੈ। ਉਹੀ ਆਨੰਦ ਵਿੱਚ ਉਹਦਾ ਭਾਣਾ ਮੰਨ ਕੇ ਤੁਰਦਾ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਜਿਹੜੇ ਉਹਨੂੰ ਭਾ ਗਏ ਉਹਨਾਂ ਨੂੰ ਦਿੰਦਾ ਹੈ। ਕਿਹੜੇ ਭਾ ਗਏ? ਜਿਨ੍ਹਾਂ ਨੇ ਗੁਰੂ ਦੇ ਚਰਨ ਮਨ ਵਿੱਚ ਵਸਾ ਲਏ, ਜਿਨ੍ਹਾਂ ਨੇ ਭਾਵਨਾ ਨਾਲ ਗੁਰੂ ਵਾਲਾ ਬਣ ਕੇ ਗੁਰੂ ਦੇ ਮੁਤਾਬਕ ਜੀਵਨ ਆਪਣਾ ਢਾਲ ਲਿਆ, ਉਹ ਭਾ ਗਏ ਮੇਰੇ ਮਾਲਕ ਨੂੰ। ਜਿਹੜੇ ਭਾ ਗਏ ਫਿਰ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੈ।
ਪ੍ਰਭ ਨੇ, ਭੱਬੇ ਨੂੰ ਸਿਹਾਰੀ ਨੇ, ਪ੍ਰਭੂ ਨੇ ਆਪਣੇ ਹੱਥੀਂ ਉਹਨਾਂ ਨੂੰ ਆਹ ਦਾਤ ਦੇ ਦਿੱਤੀ ਹੈ। ਦੇਵਨਹਾਰ ਪ੍ਰਭੂ ਨੇ, ਤੇ ਜਿਨ੍ਹਾਂ ਨੂੰ ਦਾਤ ਦਿੱਤੀ, ਜਨਮ ਮਰਨ ਰੋਗ ਸਭ ਨਿਵਾਰੇ। ਜਿਹੜੇ ਮਾਨਸਿਕ ਰੋਗ ਲੱਗੇ ਹੋਏ ਸਨ, ਦੂਰ ਕਰ ਦਿੱਤੇ। ਜਿੰਨੇ ਵੀ ਅੰਦਰ ਭਿਆਨਕ ਬਿਮਾਰੀਆਂ ਸੀ ਲੱਗੀਆਂ, ਸਭ ਦੂਰ ਕਰ ਦਿੱਤੀਆਂ। ਔਰ ਜੰਮਣ ਮਰਨ ਵੀ ਉਹਨਾਂ ਦਾ ਦੂਰ ਕਰ ਦਿੱਤਾ। ਜਿਨ੍ਹਾਂ ਨੂੰ ਆਪਣੇ ਹੱਥੀਂ ਦਾਤ ਦੇ ਕੇ ਸਹਿਜ ਸੰਤੋਖ ਸਦਾ ਤਿਰਬਤਾਸੇ ਆਨੰਦ ਖਸਮ ਕੈ ਭਾਣੇ ਜਿਉ, ਉਹਨਾਂ ਨੂੰ ਹੱਥੀਂ ਦਾਤ ਦੇ ਕੇ ਮਹਾਰਾਜ ਨੇ ਉਹਨਾਂ ਦਾ ਜੰਮਣ ਮਰਨ ਵੀ ਮਿਟਾਇਆ, ਔਰ ਸਾਰੇ ਦੇ ਸਾਰੇ ਰੋਗ ਉਹਦੇ ਮਾਨਸਿਕ ਮੰਡਲ ਵਿੱਚੋਂ ਦੂਰ ਕਰਤੇ। ਨਾਨਕ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਦਾਸ ਕੀਏ ਪ੍ਰਭ ਆਪਣੇ। ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਸੇਵਕ ਬਣਾ ਲਿਆ, ਤੇ ਸੇਵਕ ਵੀ ਰਾਹ ਜਾਂਦੇ ਨੂੰ ਨਹੀਂ ਬਣਾਇਆ, ਜਿਹਦੇ ਅੰਦਰ ਭਾਵਨਾ ਸੀ ਕਿ ਮੈਂ ਤੁਹਾਡੇ ਚਰਨਾਂ ਦਾ ਗੋਲਾ ਬਣਨਾ ਹੈ, ਮੈਂ ਤੁਹਾਡੇ ਚਰਨਾਂ ਦਾ ਸੇਵਕ ਬਣਨਾ ਹੈ, ਮੈਂ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਤੁਹਾਡਾ ਸੇਵਕ ਬਣ ਕੇ ਬਖਸ਼ਿਸ਼ ਲੈਣਾ। ਮਹਾਰਾਜ ਨੇ ਫਿਰ ਆਪਣੇ ਦਾਸ ਉੱਤੇ ਕਿਰਪਾ ਕੀਤੀ। ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਉਹ ਫਿਰ ਜਿਹੜੀ ਕੀਰਤਨ ਵਿੱਚ ਉਸਤਤ ਹੋ ਰਹੀ ਹੈ, ਫਿਰ ਉਹ ਅਕਾਲ ਪੁਰਖ ਦੀ ਉਸਤਤ ਵਿੱਚ ਮੌਜਾਂ ਮਾਣਦੇ ਆ। ਇੱਥੇ ਰੰਗ ਦਾ ਅਰਥ ਹੈ ਮੌਜਾਂ ਮਾਣਨੀਆਂ, ਖੁਸ਼ੀਆਂ ਮਾਣਨੀਆਂ, ਆਨੰਦ ਮਾਣਨਾ। ਉਹ ਫਿਰ ਅੰਦਰੋਂ ਸਦਾ ਖਿੜੇ ਰਹਿੰਦੇ ਨੇ ਅਕਾਲ ਪੁਰਖ ਦੀ ਉਸਤਤ ਦੇ ਵਿੱਚ। ਉਹ ਸਦਾ ਨਾਨਕ ਭਗਤਾਂ ਸਦਾ ਵਿਗਾਸ, ਉਹ ਫਿਰ ਸਦਾ ਵਿਗਾਸ ਵਿੱਚ ਖੇੜੇ ਵਿੱਚ ਰਹਿੰਦੇ ਆ। ਉਹ ਸਦਾ ਚੜ੍ਹਦੀ ਕਲਾਂ ਦੇ ਵਿੱਚ ਰਹਿੰਦੇ ਆ। ਇਸੇ ਲਈ ਬੇਨਤੀ ਆਰੰਭ ਵਿੱਚ ਕੀਤੀ ਸੀ ਕਿ ਠੀਕ ਹੈ, ਮਾਇਆਵੀ ਪਦਾਰਥ ਸਾਨੂੰ ਚਾਹੀਦੇ ਆ, ਪਰ ਜੇ ਇਹ ਨਾ ਹੋਵੇ ਕਿ ਮਾਇਆਵੀ ਪਦਾਰਥਾਂ ਵਿੱਚੋਂ ਅਸੀਂ ਅੰਦਰ ਦਾ ਸੁੱਖ ਲੱਭਣ ਦੀ ਕੋਸ਼ਿਸ਼ ਕਰੀਏ ਤੇ ਨਹੀਂ ਮਿਲੇਗਾ। ਕੇਵਲ ਬਾਹਰ ਦੇ ਸੁੱਖ ਮਿਲਣਗੇ। ਜੇ ਮਾਨਸਿਕ ਅਧਿਆਤਮਕ ਜੀਵਨ ਦਾ ਸੁੱਖ ਚਾਹੁੰਦੇ ਹੋ, ਵਿਗਾਸ ਚਾਹੁੰਦੇ ਹੋ, ਖੁਸ਼ੀ ਚਾਹੁੰਦੇ ਹੋ, ਖੇੜਾ ਚਾਹੁੰਦੇ ਹੋ, ਤਾਂ ਫਿਰ ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਵਿੱਚੋਂ ਮਿਲਣਾ। ਉਹਦੇ ਲਈ ਫਿਰ ਗੁਰਦੁਆਰੇ ਆਉਣਾ ਹੀ ਪੈਣਾ ਹੈ। ਜੇ ਆਵਾਂਗੇ ਤਾਂ ਹੀ ਆਪਣੇ ਹੱਥੀਂ ਦਾਤ ਮਾਲਕ ਜੀ ਦੇਣਗੇ। ਇਸ ਲਈ ਆਪ ਵੀ ਆਓ, ਹੋਰਾਂ ਨੂੰ ਵੀ ਲਿਆਓ, ਬਾਣੇ ਬਾਣੀ ਨਾਲ ਜੁੜੋ, ਨਾਮ ਦੇ ਅਭਿਆਸੀ ਬਣੋ, ਕਰਮ ਕਾਂਡ ਛੱਡੋ, ਵਹਿਮ ਭਰਮ ਵਿੱਚੋਂ ਨਿਕਲੋ। ਤਾਂ ਫਿਰ ਜਦੋਂ ਮਾਲਕ ਨੇ ਆਪਣਾ ਦਾਸ ਬਣਾ ਲਿਆ, ਹਰ ਕੀਰਤਨ ਰੰਗ ਮਾਣੇ ਜੀਓ। ਉਹ ਫਿਰ ਕੀਰਤਨ ਕਰਦਿਆਂ ਭਾਵ ਵਾਹਿਗੁਰੂ ਜੀ ਦੀ ਉਸਤਤ ਕਰਦਿਆਂ ਰੰਗ ਮੌਜਾਂ ਹਮੇਸ਼ਾ ਮਾਣਦਿਆਂ ਆਪਣਾ ਜੀਵਨ ਸਫਲਾ ਕਰ ਲੈਂਦੇ ਆ। ਆਪਾਂ ਵੀ ਅਰਦਾਸ ਕਰੀਏ, ਮਾਲਕ ਜੀ ਅਸੀਂ ਪੂਰੀ ਚਾਹਤ ਅੰਦਰ ਰੱਖ ਕੇ ਤੁਹਾਡੇ ਘਰ ਦੇ ਗੋਲੇ ਬਣਨ ਆਏ ਆ, ਤੇ ਸਾਨੂੰ ਗੋਲੇ ਬਣਾ ਕੇ ਆ ਰੰਗ, ਇਹ ਅੰਦਰ ਦੀਆਂ ਮੌਜਾਂ ਖੁਸ਼ੀਆਂ ਆਨੰਦ ਸਾਡੀ ਝੋਲੀ ਵਿੱਚ ਪਾ ਦਿਓ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ।
ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ। ਇਹ ਅਰਦਾਸ ਕਰੀਏ, ਭਾਵਨਾ ਨਾਲ ਆਈਏ, ਤਾਂ ਕਿ ਗੁਰੂ ਸ਼ਬਦ ਸਾਡੇ ਚਰਨਾਂ ਹਿਰਦੇ ਵਿੱਚ ਵਸ ਜਾਏ, ਗੁਰੂ ਸਾਹਿਬ ਦੇ ਚਰਨ ਸਾਡੇ ਹਿਰਦੇ 'ਚ ਵਸ ਜਾਣ, ਤੇ ਸਾਡੀ ਵੀ ਅੰਦਰੋਂ ਸਹਿਜ ਸਮਾਧ ਵਿੱਚ ਲਿਵ ਲੱਗ ਜਾਏ, ਜਿਹਦੇ ਨਾਲ ਅੰਦਰ ਦਾ ਸੁੱਖ ਆਨੰਦ ਮਾਣਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾਂ ਦਾ ਜੀਵਨ ਬਖਸ਼ਣ, ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀਆਂ ਦੀ ਸੰਭਾਲ ਬਖਸ਼ਣ, ਗੁਰੂ ਸਾਹਿਬ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਹੱਥੀ ਦਿੱਤੀ ਪ੍ਰਭ ਦੇਵਨ ਹਾਰੈ, ਜਨਮ ਮਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।